ਸਤਿ ਸ਼੍ਰੀ ਅਕਾਲ। ਨਿਊਜ਼ 18 ਪੰਜਾਬ ਹਰਿਆਣਾ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਾਂ ਵਿਜੇਪਾਲ ਸਿੰਘ ਬਰਾੜ। ਅੱਜ ਗੱਲ ਕਰਾਂਗੇ, ਮਾਨ ਸਰਕਾਰ ਨੂੰ 7 ਮਹੀਨੇ ਪੂਰੇ ਹੋ ਗਏ ਨੇ, ਸੱਤਾ ਦੇ ਵਿੱਚ ਆਇਆਂ ਨੂੰ 7 ਮਹੀਨੇ ਹੋ ਗਏ ਨੇ। ਬਹੁਤ ਸਾਰੇ ਵਾਅਦੇ ਨੇ ਜਿਹੜੇ ਕਰਕੇ ਸਰਕਾਰ ਸੱਤਾ ਦੇ ਵਿੱਚ ਆਈ ਸੀ, ਔਰ ਬਹੁਤ ਸਾਰੇ ਦਾਅਵੇ ਨੇ। 7 ਮਹੀਨਿਆਂ ਬਾਅਦ ਸਰਕਾਰ ਕਿੱਥੇ ਖੜੀ ਹੈ? ਸਾਡੇ ਨਾਲ ਗੱਲਬਾਤ ਕਰਨ ਲਈ ਕੈਬਨਿਟ ਮੰਤਰੀ ਅਮਨ ਅਰੋੜਾ ਨੇ। ਬਹੁਤ ਬਹੁਤ ਸਵਾਗਤ ਹੈ ਅਰੋੜਾ ਸਾਹਿਬ। ਮਿਹਰਬਾਨੀ ਬਰਾੜ ਸਾਹਿਬ। ਇੱਕ ਚੀਜ਼ ਬਹੁਤ ਚੰਗੀ ਹੈ ਕਿ ਤੁਸੀਂ ਆਉਣੇ ਜ਼ਰੂਰ ਹੋ ਸਾਹਮਣੇ, ਕਿ ਚਲੋ 6 ਮਹੀਨੇ ਹੋ ਗਏ, 7 ਮਹੀਨੇ ਹੋ ਗਏ, ਲੱਭਣਾ ਨਹੀਂ ਪੈਂਦਾ, ਆ ਜਾਂਦੇ ਹੋ ਵੀ ਆਜੋ ਜੀ ਗੱਲ ਕਰੀਏ ਅੱਜ, ਜਿਵੇਂ 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 ਮਹੀਨੇ ਪੂਰੇ ਹੁੰਦੇ ਆ। ਨਹੀਂ ਦੇਖੋ, ਇਸ ਤਰ੍ਹਾਂ ਕਿ ਇੱਕ ਤਾਂ ਦੋ ਚੀਜ਼ਾਂ ਨੇ ਹੁਣ ਇਸ 'ਚ ਜੀ। ਇੱਕ ਤਾਂ ਵੈਸੇ ਹੀ ਮੀਡੀਆ ਜਿਹੜਾ ਉਹ ਡੈਮੋਕ੍ਰੇਸੀ ਦਾ ਚੌਥਾ ਥੰਮ ਹੈ। ਜੀ। ਤੁਹਾਡੇ ਜ਼ਰੀਏ ਹੀ ਅਸੀਂ ਲੋਕਾਂ ਨਾਲ ਕਨੈਕਟ ਹੈ ਜਿਹੜਾ ਉਹ ਬਹੁਤ ਗਿਣਤੀ ਦੇ ਹੋ ਸਕਦੇ ਆ। ਨੰਬਰ 1। ਨੰਬਰ 2, ਵੈਸੇ ਵੀ ਤਾਂ ਮੀਡੀਆ ਨਾਲ ਵੈਸੇ ਹੀ ਬਹੁਤ ਪਰਿਵਾਰਿਕ ਮਹਿਕਮੇ ਤੋਂ ਇਲਾਵਾ ਵੈਸੇ ਵੀ ਰਿਸ਼ਤੇ, ਤੁਹਾਡਾ ਵੈਸੇ ਕਦੇ ਫੋਨ ਆ ਜਾਊਗਾ ਤੇ ਵੈਸੇ ਵੀ ਹਾਜ਼ਰ ਆ। ਬਿਲਕੁਲ ਬਿਲਕੁਲ। ਇਹ ਜਿਹੜੀਆਂ ਸਾਂਝਾਂ ਨੇ ਆਪਣੇ ਭਾਈਚਾਰਕ, ਇਹ ਬਹੁਤ ਇੰਪੋਰਟੈਂਟ ਨੇ ਤੇ ਜਦੋਂ ਹੁਕਮ ਕਰੋਗੇ ਹਮੇਸ਼ਾ ਹੀ ਹਾਜ਼ਰ ਆ। ਅੱਛਾ ਅਰੋੜਾ ਸਾਹਿਬ, ਮੈਂ ਵੈਸੇ ਤਾਂ ਗੱਲਾਂ ਬਾਤਾਂ ਬਹੁਤ ਕਰਨ ਵਾਲੀਆਂ, ਪਰ ਮੈਨੂੰ ਲੱਗਦਾ ਸ਼ੁਰੂਆਤ ਮਹਿਕਮੇ ਤੋਂ ਕਰਨੀ ਚਾਹੀਦੀ ਹੈ। ਔਰ ਅੱਜ ਹੀ ਮੈਂ ਇੱਕ ਟਵੀਟ ਜਿਹੜਾ ਸੀਐਮ ਸਾਹਿਬ ਨੇ ਕੀਤਾ, ਭਗਵੰਤ ਮਾਨ ਹੋਰਾਂ ਨੇ, ਕਿ ਹਾਊਸਿੰਗ ਪਾਲਿਸੀ ਦਾ ਉਹਨਾਂ ਨੇ ਜ਼ਿਕਰ ਕੀਤਾ। ਹਾਲਾਂਕਿ ਉਹ, ਕਿਉਂਕਿ ਕਈ ਵਾਰੀ ਟੈਕਨੀਕਲ ਚੀਜ਼ਾਂ ਹੁੰਦੀਆਂ, ਉਹ ਟਵੀਟ ਪੜ੍ਹ ਕੇ ਉਹਨਾਂ ਨਹੀਂ ਸਮਝ ਆਉਂਦਾ ਕਿ ਉਸ 'ਚ ਟੈਕਨੀਕਲ ਕੀ ਨੇ। ਸੋ ਉੱਥੋਂ ਮੈਂ ਸ਼ੁਰੂਆਤ ਕਰਨੀ ਚਾਹੂੰਗਾ ਵੀ ਹਾਊਸਿੰਗ ਪਾਲਿਸੀ ਕੀ ਹੈ। ਉਹ ਹਾਊਸਿੰਗ ਪਾਲਿਸੀ ਸਸਤੇ ਮਕਾਨ ਹੈ, ਆਮ ਲੋਕਾਂ ਦੇ ਲਈ ਅਫੋਰਡੇਬਲ ਮਕਾਨ ਨੇ, ਔਰ ਕਿਸ ਤਰੀਕੇ ਦੀ ਪਾਲਿਸੀ ਜਿਹੜੀ ਹੈ ਉਹ ਤੁਸੀਂ ਅੱਗੇ ਆਉਣ ਵਾਲੇ ਦਿਨਾਂ 'ਚ ਲਾਂਚ ਕਰਨ ਜਾ ਰਹੇ ਹੋ? ਦੇਖੋ, ਇਸ ਤਰ੍ਹਾਂ ਕਿ ਸਾਡੇ ਮਹਿਕਮੇ ਦਾ ਜਿਹੜਾ ਮੈਂਡੇਟ ਹੈ ਹਾਊਸਿੰਗ ਤੇ ਅਰਬਨ ਡਿਵੈਲਪਮੈਂਟ ਦਾ, ਉਹ ਇਹ ਹੈ ਵੀ ਲੋਕਾਂ ਨੂੰ ਇੱਕ ਚੰਗਾ ਮਾਹੌਲ ਹੈ ਜਿਹੜਾ ਉਹ ਦਿੱਤਾ ਜਾਵੇ ਅਰਬਨ ਡਿਵੈਲਪਮੈਂਟ ਦੇ ਹਿਸਾਬ ਦੇ ਨਾਲ। ਤੇ ਹੁਣ ਪਿਛਲੇ ਸਮੇਂ ਦੇ ਵਿੱਚ ਅਨਫੋਰਚੂਨੇਟਲੀ ਹੈ ਕਿ ਕਿਉਂਕਿ ਪੋਲੀਟੀਕਲ ਲੋਕਾਂ ਦੇ ਆਪਦੇ ਇਸ ਰੀਅਲ ਏਸਟੇਟ ਦੇ ਵਿੱਚ ਬਹੁਤ ਇੰਟਰਸਟ ਬਣ ਗਏ ਸੀਗੇ, ਸੋ ਉਹਨਾਂ ਨੇ ਜਿਹੜੀਆਂ ਪਾਲਿਸੀ ਸੀਗੀਆਂ ਉਹਨਾਂ ਦੀ ਚੂੜੀ ਕਸਤੀ ਉਹ ਇੰਨੀਆਂ ਕੁ ਸਖਤ ਕਰਤੀਆਂ ਕਿ ਹਰੇਕ ਬਿਲਡਰ ਸੀ ਜਿਹੜਾ ਉਹ ਤੋਂ ਦੂਰ ਭੱਜਣ ਲੱਗ ਗਿਆ, ਤੇ ਇਲੀਗਲ ਕਲੋਨੀਆਂ ਜਿਹੜੀਆਂ ਉਹ ਲੀਡਰਾਂ ਨੇ ਆਪ ਕੱਟਣੀਆਂ ਸ਼ੁਰੂ ਕਰਤੀਆਂ, ਜਿਹਦੀ ਵਜ੍ਹਾ ਕਰਕੇ ਅੱਜ ਪੰਜਾਬ ਦੇ ਵਿੱਚ 14,000 ਇਲੀਗਲ ਕਲੋਨੀਆਂ ਜਿਹੜੀਆਂ ਉਹ ਮਸ਼ਰੂਮ ਕਰ ਚੁੱਕੀਆਂ। ਹੁਣ ਇਸ ਚੀਜ਼ ਨੂੰ ਦਰੁਸਤ ਕਿਵੇਂ ਕੀਤਾ ਜਾ ਸਕਦਾ ਹੈ? ਇਲੀਗਲ ਕਲੋਨੀਆਂ ਅੱਗੇ ਨੂੰ ਅਸੀਂ ਇੱਕ ਵੀ ਕੱਟਣ ਨਹੀਂ ਦੇਣੀ ਹੈਗੀ, ਤੇ ਉਹਦਾ ਆਲਟਰਨੇਟਿਵ ਇਹ ਸੀਗਾ ਕਿ ਅਫੋਰਡੇਬਲ ਹਾਊਸਿੰਗ ਪਾਲਿਸੀ ਹੈ ਜਿਹੜੀ ਉਹ ਦਰੁਸਤ ਕੀਤੀ ਜਾਵੇ, ਉਹਨੂੰ ਸੌਖਾ ਸਖਾਲਾ ਕੀਤਾ ਜਾਵੇ, ਉਹਨੂੰ ਈਜ਼ ਆਊਟ ਕੀਤਾ ਜਾ ਸਕੇ ਤਾਂ ਕਿ ਲੋਕ ਇਲੀਗਲ ਤੋਂ ਲੀਗਲ ਵਾਲੇ ਪਾਸੇ ਚੱਲ ਪਏ ਕੰਮ। ਹੁਣ ਇਹ ਜਿਹੜੀ ਨਵੀਂ ਡਰਾਫਟ ਪਾਲਿਸੀ ਅੱਜ ਮਾਨ ਸਾਹਿਬ ਨੇ ਟਵੀਟ ਕੀਤਾ, ਪਿਛਲੇ 3 ਮਹੀਨੇ ਤੋਂ ਜਦੋਂ ਉਹਨਾਂ ਨੇ ਮੈਨੂੰ ਜ਼ਿੰਮੇਵਾਰੀ ਸੌਂਪੀ ਹੈ ਅਸੀਂ ਲੱਗੇ ਹੋਏ ਸੀਗੇ, ਬਹੁਤ ਸਾਰੇ ਲੋਕਾਂ ਨਾਲ ਇਹਦੇ ਬਾਰੇ ਡਿਸਕਸ਼ਨਾਂ ਹੋਈਆਂ, ਤੇ ਇਹਦੀ ਜਿਹੜੇ ਮੇਨ 2-3 ਪ੍ਰੋਵੀਜ਼ਨਸ ਤੁਹਾਨੂੰ ਮੈਂ ਉਹ ਦੱਸ ਦਿੰਦਾ। ਇੱਕ ਤਾਂ ਜਿਹੜੇ ਚਾਰजेस ਨੇ, EDC ਚਾਰजेस ਨੇ, ਉਹ ਨਾਰਮਲ ਕਲੋਨੀਆਂ ਨਾਲੋਂ ਮੁਹੱਲੀ ਗਮਾਡਾ ਦੇ ਏਰੀਆ ਨੂੰ ਛੱਡ ਕੇ ਬਾਕੀ ਸਾਰਿਆਂ ਦੇ ਉੱਪਰ 50% ਅਸੀਂ ਕੀਤੇ ਨੇ। ਠੀਕ ਹੈ। ਜਿਹੜਾ ਸੇਲੇਬਲ ਏਰੀਆ ਹੁੰਦਾ ਸੀਗਾ ਪਹਿਲਾਂ 55% ਮਿਲਦਾ ਸੀਗਾ, ਹੁਣ ਉਹ 65% ਹੈ ਜਿਹੜਾ ਉਹ ਕੀਤਾ ਜਾ ਰਿਹਾ ਹੈ। ਤੇ ਜਿਹੜਾ ਜਿਵੇਂ ਰੋਡਸ ਵਗੈਰਾ ਵਿੱਚੋਂ ਨਿਕਲਦੀਆਂ ਸੀਗੀਆਂ ਉਹਦੇ ਵੀ ਸੇਲੇਬਲ ਏਰੀਆ ਮਿਲਦਾ ਨਹੀਂ ਸੀਗਾ, ਉਹ ਵੀ ਹੈ ਜਿਹੜਾ ਉਹ ਹੋ ਰਿਹਾ ਹੈ। ਤੇ ਇਹ ਸਾਰੀਆਂ ਜਿੰਨੀਆਂ ਪਰਮਿਸ਼ਨਸ ਨੇ ਉਹਨਾਂ ਨੂੰ ਬੜੇ ਟਾਈਮ ਬਾਉਂਡ ਮੈਨਰ ਦੇ ਵਿੱਚ 1.5-2 ਮਹੀਨਿਆਂ ਦੇ ਵਿੱਚ ਨੇ ਜਿਹੜੀਆਂ ਉਹ ਮਿਲ ਜਿਆ ਕਰਨਗੀਆਂ। ਸੋ ਜਦੋਂ ਇੱਕ ਲੀਗਲ ਕੰਮ ਦਾ ਤੁਸੀਂ ਸੌਖਾ ਰਸਤਾ ਤੇ ਈਜ਼ੀ ਰਸਤਾ ਕਰ ਦੋਗੇ, ਸੋ ਲੋਕਾਂ ਦਾ ਰੁਝਾਨ ਹੈ ਜਿਹੜਾ ਇਲੀਗਲ ਕਲੋਨੀ ਵਾਲੇ ਪਾਸੇ ਕੱਢ ਜੂਗਾ। ਸੋ ਇੱਕ ਡਰਾਫਟ ਪਾਲਿਸੀ ਅਸੀਂ ਤਿਆਰ ਹੋ ਚੁੱਕੀ ਹੈ, ਮੇਰੇ ਵੱਲੋਂ ਸੀਐਮ ਸਾਹਿਬ ਵੱਲੋਂ ਕਲੀਅਰ ਹੋ ਚੁੱਕੀ ਹੈ। ਅਸੀਂ ਫਿਰ ਵੀ ਲੋਕਾਂ ਦੇ ਪਬਲਿਕ ਡੋਮੇਨ ਦੇ ਵਿੱਚ ਪਾਈਏ ਵੀ ਜੇ ਭਾਈ ਤੁਹਾਡਾ ਹੋਰ ਵੀ ਕੋਈ ਸੁਝਾਅ ਹੈਗਾ ਤਾਂ ਅਸੀਂ ਦੱਸੋ, ਤਾਂ ਕਿ ਅਸੀਂ ਉਹਨੂੰ ਉਹਦੇ ਵਿੱਚ ਦੋ ਮੋਟੇ ਤੌਰ ਤੇ ਤੁਸੀਂ ਕਰਤੇ ਆ ਵੀ EDC 50% ਕਰਤਾ ਔਰ ਸੇਲੇਬਲ ਏਰੀਆ 50 ਤੋਂ 65% ਕੀਤਾ, 55 ਤੋਂ 65%। 2-3 ਚੀਜ਼ਾਂ ਹੋਰ ਨੇ ਜਿਹੜੀਆਂ ਕਿ ਟੈਕਨੀਕਲ ਨੇ, ਉਹ ਜਦੋਂ ਤੁਸੀਂ ਡਰਾਫਟ ਦੇਖੋਗੇ ਉਹਦੇ ਚ ਬਹੁਤ ਸਾਰੇ ਲੋਕ ਨੇ ਜਿਹੜੇ ਉਹਨਾਂ ਸੁਝਾਅ ਆਉਣੇ ਸ਼ੁਰੂ ਹੋ ਗਏ। ਅਸੀਂ ਕੱਲੇ ਜਿਵੇਂ ਸਾਡਾ ਦੇਖੋ ਲੋਕਾਂ ਦੀ ਸਰਕਾਰ ਹੈ, ਅਸੀਂ ਜੇ ਬਜਟ ਬਣਾਇਆ ਤਾਂ ਲੋਕਾਂ ਦੇ ਵਿੱਚ ਜਾ ਕੇ ਬਣਾਇਆ, ਕੋਈ ਪਾਲਿਸੀ ਬਣਦੀ ਹੈ ਲੋਕਾਂ EV ਪਾਲਿਸੀ ਹੈ, ਸੀਐਮ ਸਾਹਿਬ ਨੇ ਪਿਛਲੇ ਦਿਨ ਉਹ ਪਬਲਿਕ ਡੋਮੇਨ ਦੇ ਵਿੱਚ ਪਾਈ। ਸਾਡਾ ਇਹੀ ਹੈ ਕਿ ਲੋਕ ਸੁਜੈਸ਼ਨਸ ਦੇਣ ਤੇ ਉਹਦੇ ਮੁਤਾਬਕ ਹੈ ਜਿਹੜਾ, ਕਿਉਂਕਿ ਜਿਹਨੂੰ ਪ੍ਰੋਬਲਮ ਹੈ ਉਹਦਾ ਸਭ ਤੋਂ ਵਧੀਆ ਸੋਲੂਸ਼ਨ ਵੀ ਉਸੇ ਕੋਲ ਹੀ ਹੈ। ਸਹੀ ਗੱਲ ਹੈ। ਔਰ ਇੱਕ ਅਮਨ ਜੀ, ਜਿਵੇਂ ਆਪਾਂ ਮੁਹਾਲੀ ਰਹਿੰਦੇ ਆ, ਚੰਡੀਗੜ੍ਹ 'ਚ ਬੈਠੇ ਆ, ਆਸ-ਪਾਸ ਪੂਰਾ ਹੱਬ ਬਣ ਚੁੱਕਿਆ, ਬਹੁਤ ਸੁਸਾਇਟੀਆਂ, ਫਲੈਟਸ ਲੋਕਾਂ ਨੇ ਲਏ, ਔਰ ਬਹੁਤ ਸਾਰੇ ਲੋਕ ਖੱਜਲ ਖੁਆਰ ਵੀ ਹੁੰਦੇ ਆ। ਜ਼ਾਹਿਰ ਜੀ ਗੱਲ ਹੈ, ਤੁਹਾਡੀਆਂ ਪਿਛਲੇ ਦਿਨਾਂ 'ਚ ਮੀਟਿੰਗਾਂ ਹੋਈਆਂ ਹੋਣੀਆਂ, ਤੁਸੀਂ ਇਸ ਚੀਜ਼ ਨੂੰ ਲੈ ਕੇ ਕੁਝ ਅਸ਼ੋਰ ਕੀਤਾ ਕਿ ਬਿਲਡਰ ਘੱਟੋ ਘੱਟ ਲੋਕਾਂ ਨੂੰ ਗੁੰਮਰਾਹ ਨਾ ਕਰ ਸਕਣ, ਜਿੱਥੇ ਕਿਤੇ ਵੀ ਉਣਤਾਈਆਂ, ਸਾਰੇ ਨਹੀਂ ਹੁੰਦੇ ਪਰ ਜਿੱਥੇ ਕਿਤੇ ਵੀ ਹੈ। ਦੇਖੋ ਇਸ ਤਰ੍ਹਾਂ ਹੈ ਕਿ ਜੇ ਸਰਕਾਰ ਚਾਹੇ ਨਾ ਜੀ ਤੇ ਉਣਤਾਈਆਂ ਕਰਨ ਦੀ ਕੋਈ ਹਿਮਾਕਤ ਕਰ ਨਹੀਂ ਸਕਦਾ ਹੈਗਾ। ਹੁਣ ਜਦੋਂ ਜੇ ਪੋਲੀਟੀਕਲ ਲੋਕਾਂ ਦੇ, ਅਫਸਰਾਂ ਦੇ ਆਪਦੀ ਇੰਟਰਸਟ ਬਣ ਜਾਣਗੇ ਤੇ ਫਿਰ ਲੁੱਟ ਖਸੁੱਟ ਲੋਕਾਂ ਦੀ ਉਹ ਹੋ ਹੀ ਜਾਣੀ ਹੈ। ਸੋ ਇਸ ਕਰਕੇ ਸਾਡੀ ਸਰਕਾਰ ਇਸ ਮਸਲੇ ਦੇ ਉੱਪਰ ਬੜੀ ਕਲੀਅਰ ਹੈ ਵੀ ਕੋਈ ਵੀ ਜਿਹੜਾ ਜਾਇਜ਼ ਕੰਮ ਹੈ ਉਹਨਾਂ ਦਾ ਘਰ ਬੈਠਿਆ ਹੋਏਗਾ,
ਜੇ ਕੋਈ ਨਜਾਇਜ਼ ਕਾਲੋਨੀ ਕੱਟਣੀ ਚਾਹੇਗਾ, ਕੋਈ ਨਜਾਇਜ਼ ਫਾਇਦਾ ਲੈਣਾ ਚਾਹੇਗਾ ਸਰਕਾਰ ਤੋਂ, ਉਹ ਬਿਲਕੁਲ ਨਹੀਂ ਹੋਏਗਾ। ਹੁਣ ਪਿਛਲੇ ਦਿਨਾਂ ਦੇ ਵਿੱਚ ਅਸੀਂ ਬੜੀ ਡੈਲੀਬਰੇਸ਼ਨਸ ਤੋਂ ਬਾਅਦ ਜਿਹੜੇ NOCs ਦਾ ਵੀ ਇਸ਼ੂ ਸੀਗਾ, ਉਹ 18 ਤੋਂ ਪਹਿਲਾਂ ਦਾ ਅਸੀਂ ਉਹ ਵੀ ਆਨਲਾਈਨ ਹੈ ਜਿਹੜਾ ਉਹ ਕਰ ਦਿੱਤਾ। ਤੇ ਆਉਣ ਵਾਲੇ ਦਿਨਾਂ 'ਚ ਅੱਜ ਮੈਂ ਤੁਹਾਨੂੰ ਡਿਸਕਲੋਜ਼ ਨਹੀਂ ਕਰੂੰਗਾ, ਥੋੜਾ ਜਿਹਾ ਹਿੰਟ ਦੇ ਦੇਣਾ ਕਿ ਇਸ ਸਿਸਟਮ ਨੂੰ ਹੋਰ ਸੌਖਾ ਕਰਨ ਦੇ ਲਈ, ਇਸ ਸਿਸਟਮ ਨੂੰ ਹੋਰ ਟਰਾਂਸਪੇਰੈਂਟ ਤੇ ਅਕਾਊਂਟੇਬਲ ਕਰਨ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਅਸੀਂ ਡਰਾਸਟਿਕ ਚੇਂਜਸ ਨੇ ਜਿਹੜੀਆਂ ਉਹ ਹਾਊਸਿੰਗ ਡਿਪਾਰਟਮੈਂਟ ਦੀ ਪਾਲਿਸੀਜ਼ ਦੇ ਵਿੱਚ ਲੈ ਕੇ ਆ ਰਹੇ ਹਾਂ, ਜਿਹਦੇ ਨਾਲ ਕਰਪਸ਼ਨ ਜੜੋਂ ਖਤਮ ਹੋ ਜੂਗੀ, ਲੋਕਾਂ ਦੀ ਖੱਜਲ ਖੁਆਰੀ ਹੈ ਜਿਹੜੀ, ਬਿਲਡਰਸ ਦੀ ਖੱਜਲ ਖੁਆਰੀ ਹੈ ਉਹ ਖਤਮ ਹੋ ਜੂਗੀ, ਤੇ ਬਿਲਡਰਸ ਨੂੰ ਅਸੀਂ ਇੰਨਾ ਕੁ ਅਕਾਊਂਟੇਬਲ ਬਣਾ ਦਾਂਗੇ ਲੋਕਾਂ ਦੇ ਪ੍ਰਤੀ ਕਿ ਜਿਹਦੇ ਤਹਿਤ ਉਹ ਕਿਸੇ ਵੀ ਬੰਦੇ ਨੂੰ ਗੁੰਮਰਾਹ ਨਾ ਕਰ ਸਕਣ, ਜਿਹੜਾ ਕਿ ਆਪਦੇ ਜ਼ਿੰਦਗੀ ਦੀ ਮਿਹਨਤ ਕਮਾਈ ਲਾ ਕੇ ਘਰ ਖਰੀਦਣਾ ਚਾਹੁੰਦਾ। ਉਹ ਨਹੀਂ ਜ਼ਰੂਰੀ ਹੈ, ਉਹ ਨਹੀਂ ਜ਼ਰੂਰੀ ਹੈ, ਕਿਉਂਕਿ ਜਿਹੜਾ ਬੰਦਾ ਕੋਈ ਸਾਰੀ ਜ਼ਿੰਦਗੀ ਕਮਾਈ ਕਰਕੇ ਇੱਕ ਪਲਾਟ ਲੈਂਦਾ ਔਰ ਬਾਅਦ ਚ ਉਹਨੂੰ ਨਾ ਮਿਲੇ, ਉਹ ਨੱਪਿਆ ਜਾਵੇ ਜਾਂ 10-10 ਸਾਲ ਖੱਜਲ ਖੁਆਰੀ ਹੋਵੇ, ਤਾਂ ਫਿਰ ਸਰਕਾਰ ਤੇ ਫਿਰ ਬੰਦਾ ਕਹਿੰਦਾ ਕੀ ਉਮੀਦ ਲਾਵਾਂਗੇ। ਔਰ ਤੁਸੀਂ ਵਿਜੇ ਜੀ ਇਹ ਦੇਖੋ ਵੀ ਜੇ ਬੰਦਾ ਕਰਨਾ ਚਾਹੇ ਨਹੀਂ ਸਾਰਾ ਕੁਝ ਹੋ ਸਕਦਾ। ਹੁਣ ਇਹਦੇ ਚ ਜਿਵੇਂ ਬਾਕੀ ਸਾਰੀਆਂ ਮੀਟਿੰਗਸ ਤੋਂ ਇਲਾਵਾ ਸਾਰੀਆਂ ਅਥਾਰਟੀਜ਼ ਜਾ ਕੇ ਅਸੀਂ ਮੀਟਿੰਗਾਂ ਕੀਤੀਆਂ, ਰੇਰਾ ਇੱਕ ਐਪਲੇਟ ਅਥਾਰਟੀ ਬਣੀ ਹੋਈ ਹੈ ਵੀ ਜੇ ਕਿਸੇ ਬਿਲਡਰ ਨੂੰ, ਜੇ ਕਿਸੇ ਆਮ ਡਿਵੈਲਪਰ ਨੂੰ, ਜੇ ਕਿਸੇ ਅਲਟੀਮੇਟ ਖਰੀਦਦਾਰ ਨੂੰ ਉਹਦੇ ਚ ਅਪੀਲ ਕਰ ਦਿਓ, ਜੋ ਅਪੀਲ ਕਰ ਦੋ ਉਸ ਚ। ਜਿੱਦਣ ਦਾ 5 ਸਾਲ ਰੇਰਾ ਬਣਿਆ ਹੈ, ਕੋਈ ਮੰਤਰੀ ਕੋਈ ਗਿਆ ਹੀ ਨਹੀਂ ਸੀਗਾ ਉਹਦੇ ਵਿੱਚ। ਮੈਂ ਜਿਸ ਦਿਨ ਦਾ ਮਾਨ ਸਾਹਿਬ ਨੇ ਜ਼ਿੰਮੇਵਾਰੀ ਸੌਂਪੀ ਮੈਂ ਉਹਦੇ ਚ ਗਿਆ, ਸਾਰੀਆਂ ਉਹਨਾਂ ਤੋਂ ਜਿਹੜਾ ਡਿਸਕਸ਼ਨ ਹੋਈ, ਤਕਰੀਬਨ 3600 ਦੇ ਕਰੀਬ ਲੋਕਾਂ ਨੇ ਪਿਛਲੇ 5 ਸਾਲਾਂ ਚ ਕੰਪਲੇਂਟਾਂ ਕੀਤੀਆਂ, ਯਾਨੀ ਕਿ ਔਨ ਐਨ ਐਵਰੇਜ 2 ਕੰਪਲੇਂਟਾਂ ਸੀ ਜਿਹੜੀਆਂ ਉਹ ਹਰ ਰੋਜ਼ ਹੋਈਆਂ, ਕਿ 5 ਸਾਲਾਂ ਚ 1800 ਦੇ ਨਾਲ 3600 ਕੰਪਲੇਂਟਾਂ ਹੋ ਗਈਆਂ ਜੀ। ਉਹਨਾਂ 3600 ਕੰਪਲੇਂਟਾਂ ਦਾ ਕ੍ਰਕਸ ਕੀ ਹੈ, ਲੋਕਾਂ ਨੂੰ ਪ੍ਰੋਬਲਮ ਕੀ ਹੈ? ਮੈਂ ਕਿਹਾ ਉਹਦੀ ਜਿਸਟ ਬਣਾ ਕੇ ਦਿਓ, ਮੈਨੂੰ ਡਿਟੇਲ ਬਣਾ ਕੇ ਦਿਓ। ਹੁਣ ਜਦੋਂ ਡਿਟੇਲ ਆ ਗਈ, ਪ੍ਰੋਬਲਮ ਪਤਾ ਲੱਗ ਗਈ ਵੀ ਇੱਥੇ ਇਸ ਏਰੀਏ ਦੇ ਵਿੱਚ ਆਹ ਪ੍ਰੋਬਲਮ ਹੈ, ਹੁਣ ਉਹ ਪ੍ਰੋਬਲਮ ਹੈ ਜਿਹੜੀ ਉਹ ਅਸੀਂ ਆਪਦੀ ਪਾਲਿਸੀ ਦੇ ਵਿੱਚ ਦੂਰ ਕਰ ਦਾਂਗੇ, ਕੰਪਲੇਂਟਾਂ ਖਤਮ ਹੋ ਜਾਣਗੀਆਂ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਸਰਕਾਰ ਦੀ ਨੀਅਤ ਸਾਫ਼ ਹੋਵੇ ਨਾ ਜੀ, ਸਾਰਾ ਕੁਝ ਹੋ ਸਕਦਾ। ਤੇ ਇਹਨੂੰ ਸਾਰੇ ਨੂੰ ਤੁਸੀਂ ਇੰਨਾ ਕੁ ਅਸੀਂ ਸਿਸਟਮ ਸਟ੍ਰੀਮਲਾਈਨ ਕਰ ਦੇਣਾ ਕਿ ਇਹ ਜਿਹੜਾ ਠੱਗੀਆਂ ਠੋਰੀਆਂ ਦਾ ਮਾਹੌਲ ਚੱਲਦਾ ਰਿਹਾ ਪਿਛਲੇ ਸਮੇਂ ਦੇ ਵਿੱਚ ਬਿਲਕੁਲ ਬੰਦ ਹੋ ਜਾਏਗਾ। ਅੱਛਾ, ਇੱਕ ਚੀਜ਼ ਹੋਰ, ਤੁਹਾਡਾ ਮਹਿਕਮਾ ਵੈਸੇ ਤਾਂ ਮਤਲਬ ਚਲੋ ਨਗਰ ਨਿਗਮ ਦੇ ਅੰਡਰ ਵੀ ਆਉਂਦਾ ਹੈ, ਲੋਕਲ ਬਾਡੀਜ਼ ਦੇ ਅੰਡਰ ਵੀ ਆਉਂਦਾ ਹੈ, ਪਰ ਅੱਜ ਵੀ ਅਸੀਂ ਬਹੁਤ ਸਾਰੀਆਂ ਛੋਟੀਆਂ ਸਮੱਸਿਆਵਾਂ ਨਾਲ ਜੂਝਦੇ ਹਾਂ। ਔਰ ਜਦੋਂ ਸਾਨੂੰ ਲੱਗਦਾ ਕੋਈ ਬਾਰਿਸ਼ ਆ ਗਈ, ਕੋਈ ਐਸਾ ਮਾਹੌਲ ਖਰਾਬ ਹੋ ਗਿਆ, ਤਾਂ ਸੀਵਰੇਜ ਸਿਸਟਮ, ਦੂਜਾ ਨਾਲੀਆਂ ਗਲੀਆਂ, ਮਤਲਬ ਅਸੀਂ ਇਹਨਾਂ ਚੀਜ਼ਾਂ ਚੋਂ ਬਾਹਰ ਕਿਉਂ ਨਹੀਂ ਨਿਕਲ ਪਾਉਂਦੇ? ਕੀ ਕੋਈ ਕੰਕਰੀਟ ਕੋਈ ਤੁਹਾਡੀਆਂ ਐਸੀਆਂ ਮੀਟਿੰਗਸ ਹੁੰਦੀਆਂ ਕਿ ਅਸੀਂ ਘੱਟੋ ਘੱਟ ਇਸ ਚੀਜ਼ ਤੋਂ ਲੋਕਾਂ ਨੂੰ ਨਿਜਾਤ ਦਿਵਾ ਸਕੀਏ? ਦੇਖੋ ਬਰਾੜ ਸਾਹਿਬ, ਇਹਦੇ ਚ 2 ਚੀਜ਼ਾਂ ਨੇ। ਨੰਬਰ 1 ਤਾਂ ਜਿਵੇਂ ਮੈਂ ਪਹਿਲਾਂ ਗੱਲ ਕੀਤੀ ਕਿ ਇਹ ਜ਼ਿਆਦਾ ਜਿਹੜਾ ਕੰਮ ਹੈ, ਜਿਵੇਂ ਤੁਸੀਂ ਕਿਹਾ, ਇਹ ਸਾਡੇ ਅਰਬਨ ਏਰੀਆ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਚ ਸਿਰਫ 2-3% ਚੀਜ਼ਾਂ ਨੇ, ਨਹੀਂ 2-3% ਹੀ ਹੈ। ਜ਼ਿਆਦਾ ਜਿਹੜਾ ਹੈਗਾ ਇਹ ਲੋਕਲ ਮਿਊਨਿਸਪਲ ਕਮੇਟੀਆਂ ਦੇ ਵਿੱਚ ਹੈ, ਲੋਕਲ ਬੋਡੀਜ਼ ਦੇ ਵਿੱਚ ਹੈ 97-98%। ਹੁਣ ਇਹ ਚ ਪ੍ਰੋਬਲਮ ਇਹ ਆਉਂਦੀ ਹੈ ਵੀ ਉੱਥੇ ਜਿਹੜਾ ਹੈਗਾ ਇੰਨਾ ਕੁ ਕੰਮ ਹੈ, ਜਿਹੜਾ ਇੰਨਾ ਕੁ ਗੁੰਝਲਦਾਰ ਬਣਿਆ ਹੋਇਆ ਹੈ, ਇੰਨੀ ਕੁ ਕਰਪਸ਼ਨ ਪਿਛਲੇ ਸਮਿਆਂ ਦੇ ਵਿੱਚ ਉੱਥੇ ਚੱਲਦੀ ਰਹੀ ਹੈ ਵੀ ਕੋਈ ਕਾਨੂੰਨ ਨਹੀਂ ਜਿਹਦੇ ਚੰਮਦੀਆਂ ਚੱਲਦੀਆਂ ਨੇ ਉਹੀ ਚੰਮਦੀਆਂ ਚਲਾਉਂਦਾ, ਚਾਹੇ ਉਹ ਕੋਈ ਅਫਸਰ ਹੈ, ਚਾਹੇ ਉਹ ਕੋਈ ਰਸੂਖਵਾਨ ਹੈ। ਹੁਣ ਉਹਦੇ ਵਿੱਚ ਇਹ ਦਿੱਕਤਾਂ ਨੇ ਜਿਹੜੀਆਂ ਉਹ ਬਹੁਤ ਵੱਡੇ ਪੱਧਰ ਦੇ ਉੱਪਰ ਆਉਂਦੀਆਂ ਨੇ। ਔਰ ਇਹਦੇ ਚ ਹੁਣ ਇਹ ਤਾਂ ਹੋ ਗਿਆ ਡਿਪਾਰਟਮੈਂਟਲ ਸਾਈਡ ਤੋਂ, ਗਵਰਨਮੈਂਟ ਸਾਈਡ ਤੋਂ। ਹੁਣ ਕਈ ਥਾਵਾਂ ਦੇ ਉੱਪਰ ਲੋਕਾਂ ਵੱਲੋਂ ਵੀ ਜਿਵੇਂ ਸਹਿਯੋਗ ਹੈ, ਜਿਵੇਂ ਸਪੋਜ਼ ਛੋਟੇ ਕਸਬੇ ਨੇ, ਤੁਹਾਡਾ ਮਲੋਟ ਲਾ ਲਓ, ਸਾਡਾ ਚੀਮਾ ਲਾ ਲਓ, ਲੌਂਗੋਵਾਲ ਲਾ ਲਓ। ਹੁਣ ਇਹਦੇ ਚ ਇਹ ਜਿਹੜੇ ਪਿੰਡਾਂ ਤੋਂ ਕਸਬੇ ਬਣ ਗਏ, ਹੁਣ ਇਹ ਪ੍ਰੈਕਟੀਕਲ ਪ੍ਰੋਬਲਮ ਨੇ। ਹੁਣ ਪਿੰਡਾਂ ਤੋਂ ਕਸਬੇ ਬਣ ਗਏ, ਹੁਣ ਉੱਥੇ ਮਾਹੌਲ ਤਾਂ ਹੈਗਾ ਪਿੰਡਾਂ ਵਾਲਾ, ਘਰ 'ਚ 4 ਜੀ ਨੇ ਪਰ 8 ਪਸ਼ੂ ਨੇ। ਹੁਣ ਜਿਹੜਾ ਉੱਥੇ ਸੀਵਰੇਜ ਪਿਆ ਹੋਇਆ ਉਹ ਬੰਦਿਆਂ ਦੀ ਜਿਹੜੀ ਉਹ ਹੈ ਸੀਵਰੇਜ ਉਹ ਸਾਂਭਣ ਵਾਸਤੇ ਬਣਿਆ ਹੋਇਆ, ਉਹ ਪਸ਼ੂਆਂ ਦਾ ਗੋਹਾ ਸਾਂਭਣ ਵਾਸਤੇ ਨਹੀਂ ਬਣਿਆ ਹੈਗਾ। ਹੁਣ ਉਹ ਗੋਹਾ ਵੀ ਜੇ ਡਰੇਨ ਦੇ ਵਿੱਚ ਜਾਊਗਾ ਤੇ ਸੀਵਰੇਜ ਨੇ ਚੋਕ ਹੋ ਹੀ ਜਾਣਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਇਹ ਟੋਟਲ ਸਰਕਾਰ ਨੂੰ ਵੀ, ਲੋਕਾਂ ਨੂੰ ਵੀ, ਸਮਾਜ ਨੂੰ ਵੀ ਇਹ ਆਪਾਂ ਨੂੰ ਸਾਰਿਆਂ ਨੂੰ ਰਲ ਮਿਲ ਕੇ ਇਹਦੇ ਉੱਪਰ ਕੰਮ ਕਰਨਾ ਪਊਗਾ। ਜਿਵੇਂ ਲਿਫਾਫੇ ਬੰਦ ਹੋਏ ਆ ਪਿਛਲੇ ਦਿਨਾਂ 'ਚ, ਬੜੀ ਵੱਡੀ ਸਮੱਸਿਆ ਸੀ, ਬੜੀ ਵੱਡੀ ਸਮੱਸਿਆ ਸੀ। ਸੋ ਇਸ ਕਰਕੇ ਕਈ ਚੀਜ਼ਾਂ ਨੇ ਜਿੱਥੇ ਅਵੇਅਰਨੈਸ ਕਰਨ ਦੀ ਵੀ ਲੋੜ ਹੈ ਔਰ ਬਹੁਤ ਵੱਡੇ ਪੱਧਰ ਉੱਪਰ ਕੰਮ ਕਰਨ ਦੀ ਲੋੜ ਹੈ, ਕਰ ਰਹੇ ਹਾਂ ਹੌਲੀ ਹੌਲੀ। ਅੱਛਾ, 7 ਮਹੀਨੇ ਹੋ ਗਏ ਆ ਸਰਕਾਰ ਨੂੰ ਪੂਰੇ। ਜੇ ਮੈਂ ਤੁਹਾਨੂੰ ਪੁੱਛਾਂ ਕਿ ਤੁਹਾਨੂੰ ਕੀ ਲੱਗਦਾ, ਵਾਅਦੇ ਬੜੇ ਹੁੰਦੇ ਆ, ਦਾਅਵੇ ਵੀ ਬੜੇ ਹੁੰਦੇ ਆ, ਫਿਗਰਸ ਦੀਆਂ ਖੇਲ ਵੀ ਬੜੀਆਂ ਹੁੰਦੀਆਂ। ਮੈਂ ਫਿਗਰਸ ਦੇ ਖੇਲ 'ਚ ਨਹੀਂ ਪੈਣਾ ਚਾਹੁੰਦਾ ਕਿ ਆਹ ਇਸ ਤਰੀਕੇ ਨਾਲ ਹੈ। ਤੁਹਾਨੂੰ ਕੀ ਲੱਗਦਾ ਜਿਹੜੀਆਂ ਚੀਜ਼ਾਂ ਤੁਸੀਂ ਸੋਚ ਕੇ ਆਏ ਸੀ ਕਿ ਸਾਡੀ ਸਰਕਾਰ ਆਊਗੀ, ਅਸੀਂ ਇੰਨਾ ਰੈਵਨਿਊ ਕਲੈਕਟ ਕਰ ਲਾਂਗੇ, ਉਸ ਰੈਵਨਿਊ ਤੋਂ ਅਸੀਂ ਲੋਕਾਂ ਨੂੰ ਆਹ ਸਹੂਲਤਾਂ ਦੇ ਦਿਆਂਗੇ,
ਉਸ ਚੀਜ਼ ਨੂੰ ਤੁਸੀਂ ਬੈਲੈਂਸ ਕਰ ਪਾਏ ਹੋ ਜਾਂ ਚੀਜ਼ਾਂ ਮਿਸਮੈਚ ਲੱਗਦੀਆਂ ਨੇ ਕਿ ਸੋਚਿਆ ਕੁਝ ਹੋਰ ਸੀ ਤੇ ਅੱਗੇ ਆ ਕੇ ਕੁਝ ਹੋਰ ਨਿਕਲ ਰਿਹਾ? ਨਹੀਂ ਦੇਖੋ, ਇਸ ਤਰ੍ਹਾਂ ਸੀਗਾ ਕਿ ਸੋਚਿਆ ਤਾਂ ਪਤਾ ਹੀ ਸੀਗਾ ਕਿ ਪੰਜਾਬ ਦੇ ਕੀ ਹਾਲਾਤ ਨੇ ਜਿਹੜੇ ਪਿਛਲੇ ਸਰਕਾਰਾਂ ਨੇ ਉਹ ਕਰ ਦਿੱਤੇ। ਮੈਂ ਜਿੱਥੇ ਤੱਕ ਤੁਸੀਂ ਕੀਤੀ ਕਿ ਤੁਹਾਡੀ ਸਭ ਤੋਂ ਵੱਡੀ, ਤੁਸੀਂ ਆਪਦੀ ਉਪਲਬਧੀ ਕੀ ਮੰਨਦੇ ਹੋ, ਮੈਂ ਬਰਾੜ ਸਾਹਿਬ ਸਭ ਤੋਂ ਵੱਡੀ ਇੱਕ ਉਪਲਬਧੀ ਮੰਨਦਾ 7 ਮਹੀਨਿਆਂ ਦੇ ਵਿੱਚ ਜਿਹੜਾ ਪੰਜਾਬ ਦੇ ਲੋਕਾਂ ਦਾ ਇੱਕ ਵਿਸ਼ਵਾਸ ਟੁੱਟ ਚੁੱਕਿਆ ਸੀਗਾ ਪੋਲੀਟੀਕਲ ਲੀਡਰਸ਼ਿਪ ਤੋਂ। ਇਹ ਮਨ ਦੇ ਵਿੱਚ ਉਹਨਾਂ ਦੀ ਗੱਲ ਘਰ ਕਰ ਚੁੱਕੀ ਸੀਗੀ ਵੀ ਕੋਈ ਲੀਡਰ, ਕੋਈ ਪੋਲੀਟੀਕਲ ਪਾਰਟੀ, ਕੋਈ ਸਰਕਾਰ ਇਮਾਨਦਾਰ ਹੋ ਹੀ ਨਹੀਂ ਸਕਦੀ ਹੈਗੀ। ਇਹ ਜਿਹੜਾ ਸਾਡਾ ਰਾਜਨੀਤਿਕ ਲੋਕਾਂ ਦੇ ਚਾਦਰ ਦੇ ਉੱਪਰ ਕਾਲਾ ਧੱਬਾ ਲੱਗਿਆ ਹੋਇਆ ਸੀਗਾ, ਇਸ ਕਾਲੇ ਧੱਬੇ ਨੂੰ ਧੋਣ ਦੇ ਵਿੱਚ ਭਗਵੰਤ ਮਾਨ ਜੀ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਇਹ ਵੱਡੇ ਪੱਧਰ ਦੇ ਉੱਪਰ ਕਾਮਯਾਬ ਹੈ ਜਿਹੜੀ ਉਹ ਹੋ ਚੁੱਕੀ ਹੈ। ਦੇਖੋ, ਜਦੋਂ ਤੱਕ ਲੋਕਾਂ ਦਾ ਵਿਸ਼ਵਾਸ ਸਰਕਾਰ ਦੇ ਉੱਪਰ ਨਹੀਂ ਹੋਊਗਾ ਤੇ ਸਰਕਾਰ ਦੀ ਨੀਅਤ ਲੋਕਾਂ ਦੇ ਪ੍ਰਤੀ ਇਮਾਨਦਾਰੀ ਨਾਲ ਕੰਮ ਕਰਦੀ ਨਹੀਂ ਹੋਊਗੀ, ਉਦੋਂ ਤੱਕ ਆਪਾਂ ਅੱਗੇ ਨਹੀਂ ਵਧ ਸਕੇ। ਸਭ ਤੋਂ ਵੱਡੀ ਅਚੀਵਮੈਂਟ ਇਹ ਹੈ। ਉਸ ਤੋਂ ਇਲਾਵਾ ਆਪਾਂ ਬਾਕੀ ਗੱਲਾਂ ਕਰ ਲਈਏ, ਚਾਹੇ ਐਂਟੀ ਕਰਪਸ਼ਨ ਹੈਲਪਲਾਈਨ ਦੀ ਆਪਾਂ ਗੱਲ ਕਰ ਲਈਏ। ਆਪਾਂ ਤੁਸੀਂ ਸੁਣਿਆ ਹੋਊਗਾ 70 ਸਾਲਾਂ ਦੇ ਵਿੱਚ ਵੀ ਲੀਡਰ ਲੋਕਾਂ ਤੋਂ ਖਜ਼ਾਨੇ ਚੋਂ ਪੈਸਾ ਘਰੇ ਲਿਜਾਂਦੇ ਤਾਂ ਬਥੇਰੇ ਦੇਖੇ ਹੋਣਗੇ, ਤੇ ਅਸੀਂ ਇੱਕ MLA ਇੱਕ ਪੈਨਸ਼ਨ ਦੇ ਰੂਪ ਦੇ ਵਿੱਚ 5 ਸਾਲਾਂ ਦੇ ਵਿੱਚ ਇਹਨਾਂ ਲੀਡਰਾਂ ਤੋਂ ਬਚਾ ਕੇ 100 ਕਰੋੜ ਪੰਜਾਬ ਦੇ ਲੋਕਾਂ ਦੀ ਭਲਾਈ ਵਾਸਤੇ ਬਚਾ ਕੇ ਉਹਨਾਂ ਦੇ ਉੱਪਰ ਖਰਚ ਕਰ ਦੇਣਾ। ਤੁਸੀਂ 70 ਸਾਲਾਂ ਦੇ ਵਿੱਚ ਜ਼ਮੀਨਾਂ ਨੱਪਦੇ, ਕਬਜ਼ੇ ਕਰਦੇ ਲੀਡਰ ਬਹੁਤ ਦੇਖੇ ਹੋਣਗੇ। ਪਹਿਲੀ ਵਾਰੀ ਸੁਣਿਆ ਹੋਣਾ ਹੈ ਕਿ ਕੋਈ ਸਰਕਾਰ ਹੈ ਜਿਹੜੀ ਉਹ ਜ਼ਮੀਨਾਂ ਛਡਾਉਣ ਲੱਗੀ ਹੋਈ ਹੈ। ਤੁਸੀਂ ਅੱਜ ਤੱਕ ਆਪਾਂ ਹੈਲਥ ਦੀ ਗੱਲ ਕਰ ਲਈ, ਆਪਾਂ ਐਜੂਕੇਸ਼ਨ ਦੀ ਗੱਲ ਕਰ ਲਈਏ, ਸਪੋਰਟਸ ਦਾ ਸਿਸਟਮ ਖਤਮ ਹੋ ਚੁੱਕਿਆ ਸੀਗਾ। ਖੇਡਾਂ ਵਤਨ ਪੰਜਾਬ ਦੀਆਂ ਨੇ ਬਹੁਤ ਵੱਡਾ ਹਲਾਰਾ ਜਿਹੜਾ ਉਹ ਦਿੱਤਾ ਹੈ। ਇਸੇ ਤਰੀਕੇ ਦੇ ਨਾਲ ਆਪਾਂ ਜੇ ਨੌਕਰੀਆਂ ਜਾਂ ਕੱਚਿਆਂ ਨੂੰ ਪੱਕਿਆਂ ਕਰਨ ਦਾ ਕੰਮ ਹੈ, ਇਹ ਪਿਛਲੇ 4.5 ਸਾਲ ਬਾਅਦ ਸ਼ੁਰੂ ਹੁੰਦਾ ਸੀਗਾ, ਇਹ ਸਾਡੀ ਸਰਕਾਰ 'ਚ ਪਹਿਲੇ ਦਿਨ ਸ਼ੁਰੂ ਹੋ ਚੁੱਕਿਆ ਔਰ ਉਹਦੇ ਰਿਜ਼ਲਟ ਵੀ ਨਜ਼ਰ ਨੇ ਜਿਹੜੇ ਉਹ ਆਉਣੇ ਸ਼ੁਰੂ ਹੋ ਗਏ। ਰੈਵਨਿਊ ਦੀ ਜੇ ਗੱਲ ਕਰ ਲਈਏ ਤੇ ਰੈਵਨਿਊ ਐਕਸਾਈਜ਼ ਦੇ ਵਿੱਚ ਹੀ ਜਿੰਨਾ ਰਿਕਾਰਡ ਤੋੜ ਵਾਧਾ ਅੱਜ ਤੱਕ ਨਹੀਂ ਹੋਇਆ ਹੈਗਾ, ਉਹ 37% ਉਹ ਇਹਨਾਂ 6 ਮਹੀਨਿਆਂ ਦੇ ਵਿੱਚ ਹੋ ਗਿਆ। ਅੱਜ ਤੱਕ 6200 ਕਰੋੜ ਤੋਂ ਉੱਪਰ ਕਲੈਕਸ਼ਨ ਨਹੀਂ ਟੱਪੀ ਹੈਗੀ ਸ਼ਰਾਬ ਦੀ ਪੰਜਾਬ ਦੇ ਵਿੱਚੋਂ, ਜਿਹੜੇ ਕਿ ਹਾਈਐਸਟ ਕੰਜ਼ਿਊਮਿੰਗ ਪਰ ਕੈਪੀਟਾ ਕੰਜ਼ੰਪਸ਼ਨ ਜੇ ਕਿਤੇ ਸ਼ਰਾਬ ਦੀ ਹੈਗੀ ਤਾਂ ਪੰਜਾਬ ਦੇ ਵਿੱਚ ਹੈ। ਤੇ ਅਸੀਂ ਉਹਨੂੰ ਪਹਿਲੇ ਸਾਲ ਦੇ ਵਿੱਚ ਹੀ ਅਸੀਂ 9500 ਕਰੋੜ ਦਾ ਟਾਰਗੇਟ ਰੱਖੀ ਬੈਠੇ ਤੇ ਉਹ ਪੂਰਾ ਵੀ ਹੋ ਰਿਹਾ ਹੈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਚੈਲੰਜਸ ਬਹੁਤ ਵੱਡੇ ਨੇ। ਜੇ ਕੋਈ ਇਹ ਸੋਚੇ ਵੀ ਇਹ ਸਰਕਾਰ ਆ ਗਈ ਤੇ ਇਹ ਫੁੱਲਾਂ ਦਾ ਤਾਜ ਹੈ, ਨਾ ਅਸੀਂ ਇਹ ਸੋਚਿਆ ਸੀਗਾ, ਨਾ ਅਸੀਂ ਤਾਜ ਤਾਂ ਕੰਡਿਆਂ ਦਾ ਹੀ ਹੈ। ਤਾਜ ਤਾਂ ਕੰਡਿਆਂ ਦਾ ਹੀ ਹੈ ਜੀ, ਤੇ ਕੰਡਿਆਂ ਦੇ ਤਾਜ ਮੈਂ ਇਹ ਨਾਲ ਇਹ ਵੀ ਮੰਨ ਕੇ ਚੱਲਦੇ ਆ ਵੀ ਜਿੰਨੇ ਵੱਡੇ ਚੈਲੰਜਸ ਹੁੰਦੇ ਨੇ, ਜਿੰਨੇ ਵੱਡੇ ਕੰਡੇ ਹੁੰਦੇ ਨੇ, ਓਪਰਚੁਨਿਟੀਜ਼ ਵੀ ਉਨੀਆਂ ਹੀ ਹੁੰਦੀਆਂ ਨੇ। ਤੇ ਉਹਨਾਂ ਓਪਰਚੁਨਿਟੀਜ਼ ਦੇ ਨਾਲ ਹੀ ਹਰ ਰੋਜ਼ 2-2 ਹੱਥ ਨੇ ਜਿਹੜੇ ਉਹ ਮਾਨ ਸਾਹਿਬ ਦੀ ਅਗਵਾਈ ਚ ਕਰ ਰਹੇ ਆ। ਕਿਉਂਕਿ ਕਹਿੰਦੇ 4 ਸਪੇਰਿਓਂ ਫਾਇਰਿੰਗ ਹੁੰਦੀ ਹੈ ਜਦੋਂ, ਔਰ ਉਸ ਫਾਇਰਿੰਗ ਚੋਂ ਵੀ ਫਿਰ ਤੁਸੀਂ ਸੇਫ ਤਰੀਕੇ ਨਾਲ ਨਿਕਲਣਾ ਹੁੰਦਾ। ਕਿਉਂਕਿ ਮੈਂ ਜ਼ਿਕਰ ਇਸ ਲਈ ਕਰ ਰਿਹਾ ਕਿ ਵਿਰੋਧੀ ਪਾਰਟੀਆਂ ਵੀ ਪੂਰੀਆਂ ਇੱਕ ਚੀਜ਼ ਤੇ ਨਜ਼ਰ ਰੱਖਦੀਆਂ। ਤੁਸੀਂ ਕਰਪਸ਼ਨ ਦੀ ਗੱਲ ਕਰਦੇ ਹੋ ਤਾਂ ਵਿਰੋਧੀ ਪਾਰਟੀਆਂ ਕਹਿ ਦਿੰਦੀਆਂ ਕਿ ਤੁਸੀਂ ਜੀ ਪਿਕ ਐਂਡ ਚੂਜ਼ ਦੀ ਪਾਲਿਸੀ ਕਰਦੇ ਹੋ। ਵਿਜੇ ਸਿੰਗਲਾ ਨੂੰ ਤੇ ਤੁਸੀਂ ਉਹਨਾਂ ਨੂੰ 1 ਮਿੰਟ 'ਚ ਹਟਾਤਾ ਤੇ ਸਰਾਰੀ ਹੋਰਾਂ ਦੇ ਤੁਸੀਂ ਕੋਈ ਐਕਸ਼ਨ ਨਹੀਂ ਲਿਆ। ਇਹ ਪਾਲਿਸੀ ਕਿਉਂ ਹੈ? ਜੇ ਨੋ ਟੋਲਰੇਸ਼ਨ ਹੈ ਤਾਂ ਫਿਰ ਬਿਲਕੁਲ ਕਲੀਅਰ ਹੋਣੀ ਚਾਹੀਦੀ ਹੈ ਪਾਲਿਸੀ। ਦੇਖੋ, ਇਸ ਤਰ੍ਹਾਂ ਕਿ ਮੈਂ ਦੋਨਾਂ ਇਨਸੀਡੈਂਸਿਸ ਦਾ ਮੈਂ ਕਦੇ ਉਹ ਗੱਲ ਨਹੀਂ ਕਰਦਾ ਕਿ ਜਿਹੜੀ ਮੈਂ ਅੱਖੀਂ ਦੇਖੀ ਨਾ ਹੋਵੇ, ਅੱਖ ਕੰਨੀ ਸੁਣੀ ਨਾ ਹੋਵੇ। ਠੀਕ ਹੈ। ਜਿੱਥੇ ਤੱਕ ਡਾਕਟਰ ਵਿਜੇ ਸਿੰਗਲਾ ਦਾ ਜੋ ਫੀਡਬੈਕ ਮਿਲਿਆ ਜਾਂ ਜੋ ਮੀਡੀਆ ਦੇ ਵਿੱਚ ਹੀ ਆਇਆ ਕਿ CM ਸਾਹਿਬ ਨੇ ਇਹ ਕਿਹਾ ਸੀਗਾ ਕਿ ਵਿਜੇ ਸਿੰਗਲਾ ਨੇ ਉਹਨਾਂ ਕੋਲ ਆ ਕੇ ਇਹ ਐਕਸੈਪਟ ਕੀਤਾ ਸੀਗਾ, ਉਹਨਾਂ ਨੇ ਨਾਲ ਦੀ ਨਾਲ ਐਕਸ਼ਨ ਲੈ ਲਿਆ। ਵਿਜੇ ਸਿੰਗਲਾ ਦਾ ਨਾ ਮੀਡੀਆ ਨੂੰ ਜਾਂ ਕਿਸੇ ਹੋਰ ਨੂੰ ਤਾਂ ਨਹੀਂ ਪਤਾ ਸੀਗਾ, ਉਹਨਾਂ ਨੇ ਨਾਲ ਦੀ ਨਾਲ ਆਪਦੀ ਜ਼ਮੀਰ ਦੀ ਆਵਾਜ਼ ਸੁਣਦੇ ਹੋਏ ਉਹਨਾਂ ਨਾਲ ਦੀ ਨਾਲ ਐਕਸ਼ਨ ਲੈ ਲਿਆ। ਇਸੇ ਲਈ ਤਾਂ ਕਹਿ ਰਹੇ ਹਾਂ ਸਰਾਰੀ ਦਾ ਜਿਹੜਾ ਹੈਗਾ, ਇਹ ਇੰਟਰਨਲ ਪਾਰਟੀ ਦਾ ਜਿਹੜੀ ਇਨਕੁਆਇਰੀ ਹੈ ਉਹ ਚੱਲ ਰਹੀ ਹੈ। ਉਹਦੇ ਵਿੱਚ ਕੀ ਸਹੀ ਹੈ ਕੀ ਨਹੀਂ ਸਹੀ ਹੈਗਾ ਉਹ ਆਉਣ ਵਾਲੇ ਦਿਨਾਂ 'ਚ ਸਾਹਮਣੇ ਆ ਜਾਊਗਾ ਤੇ ਉਹਦੇ ਅਕੋਰਡਿੰਗਲੀ ਐਕਸ਼ਨ ਲਿਆ ਜਾਊਗਾ। ਸਾਡੀ ਦੇਖੋ ਆਪੋਜੀਸ਼ਨ ਤੋਂ ਕਹਿ ਰਹੇ ਆ ਵੀ ਸੈਸ਼ਨ ਦੇ ਟਾਈਮ ਤੋਂ ਹੀ ਕਿੰਨਾ ਕਾਂਗਰਸ ਨੇ ਰੌਲਾ ਪਾਇਆ ਸੈਸ਼ਨ ਦੇ ਵਿੱਚ। ਵਿਜੇ ਜੀ, ਗੱਲ ਇਹ ਹੈ ਵੀ ਸਾਨੂੰ ਨੰਬਰ 1 ਤਾਂ ਕਾਂਗਰਸ ਵਾਲਿਆਂ ਤੋਂ ਜਾਂ ਅਕਾਲੀ ਦਲ ਵਾਲਿਆਂ ਤੋਂ ਇਮਾਨਦਾਰੀ ਦਾ ਸਰਟੀਫਿਕੇਟ ਲੈਣ ਦੀ ਲੋੜ ਨਹੀਂ ਹੈਗੀ। ਉਹ ਆਪਦਾ ਜਿੰਨਾ ਮਰਜ਼ੀ ਰੌਲਾ ਪਾ ਲੈਣ, ਉਹਨਾਂ ਨਾਲੇ ਵੈਸੇ ਵੀ ਜੇ ਦੇਖਿਆ ਜਾਵੇ ਨਾ ਜੀ, ਚਲੋ ਇਹ ਤਾਂ ਜੇ ਇੱਕ ਸਪੋਜ਼ ਸਰਾਰੀ ਦੀ ਜੇ ਆਡੀਓ ਆਈ ਵੀ ਹੈ, ਵੈਸੇ ਤਾਂ ਅੰਡਰ ਇਨਵੈਸਟੀਗੇਸ਼ਨ ਹੈ, ਇੰਟਰਨਲ ਪਾਰਟੀ ਮੈਟਰ ਹੈ, ਉਹਦੇ ਕੋ ਹੋ ਰਹੀ ਹੈ।
ਹੁਣ ਏਡੇ ਏਡੇ ਵੱਡੇ ਵੱਡੇ ਮਗਰਮੱਛ ਫੜ ਲਏ ਜਿਹੜੇ ਪੰਜਾਬ ਨੂੰ ਲੁੱਟ ਕੇ ਖਾ ਗਏ ਹੈ, ਜਾਂ ਇਹਨਾਂ ਦੇ ਮਗਰ ਲੱਗ ਕੇ ਉਹਨਾਂ ਚੱਕਰਾਂ ਦੇ ਵਿੱਚ ਪਈਏ ਕਿ ਜਿਹੜੀ ਚੀਜ਼ ਹੋਈ ਨਹੀਂ ਹੈਗੀ। ਸੋ ਇਸ ਕਰਕੇ ਰੋਜ਼ ਨਿਤ ਨਵੇਂ ਮਗਰ ਕਹਿੰਦੇ ਪੋਲੀਟੀਕਲ ਵੈਂਡੇਟਾ। ਅੱਜ ਵੀ ਸੁੰਦਰ ਸ਼ਾਮ ਅਰੋੜਾ ਕਹਿ ਰਹੇ ਨੇ ਕਿ ਜੀ ਮੇਰੇ ਨਾਲ ਇਹ ਧੱਕਾ ਹੋ ਰਿਹਾ ਔਰ ਪੋਲੀਟੀਕਲ ਵੈਂਡੇਟਾ ਕੀਤਾ ਜਾ ਰਿਹਾ। ਨਹੀਂ, ਉਹ ਤਾਂ ਹੁਣ ਤੁਸੀਂ ਤਾਂ ਖਬਰਾਂ ਚਲਾਈਆਂ, ਤੁਸੀਂ ਦੱਸੋ ਜੀ ਪੋਲੀਟੀਕਲ ਵੈਂਡੇਟਾ ਕੀ ਹੈ। ਜਦੋਂ ਗੱਲ ਸਾਹਮਣੇ ਆ ਗਈ ਤੇ ਨਾ ਉਹ ਆਪ ਖੁਦ ਜਿਹੜੀ ਪੈਸੇ ਦੀ 50 ਲੱਖ ਦੀ ਰਿਕਵਰੀ ਹੈ ਉਹ ਵੀ ਹੋ ਗਈ, ਇਹ 'ਚ ਪੋਲੀਟੀਕਲ ਵੈਂਡੇਟਾ ਕਿੱਥੋਂ ਰਹਿ ਗਿਆ। ਸੋ ਇਸ ਕਰਕੇ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਪੋਲੀਟੀਕਲ ਵੈਂਡੇਟਾ ਕਹਿ ਕੇ ਤੁਸੀਂ ਕੰਮ ਨਹੀਂ ਚਲਾ ਸਕਦੇ ਹੈਗੇ। ਪੰਜਾਬ ਦੇ ਸਿਰ ਪਿਛਲੇ 1985-86 ਦੇ ਪੰਜਾਬ ਰੈਵਨਿਊ ਸਰਪਲਸ ਸਟੇਟ ਸੀਗੇ ਜੀ, ਪੰਜਾਬ ਦੇ ਸਿਰ 1 ਰੁਪਏ ਦਾ ਕਰਜ਼ਾ ਨਹੀਂ ਸੀਗਾ ਤੇ 30 ਸਾਲਾਂ ਦੇ ਵਿੱਚ ਪੰਜਾਬ ਸਭ ਤੋਂ ਵੱਧ ਡੈਟ ਰਿਟਰਨ ਕਰਜ਼ੇ ਵਾਲਾ ਸਟੇਟ ਬਣ ਗਿਆ। 3 ਲੱਖ ਕਰੋੜ ਦਾ ਸਰਕਾਰ ਸਿਰ ਹੋ ਗਿਆ, ਲੱਖ ਕਰੋੜ ਦਾ ਕਰਜ਼ਾ ਅੱਜ ਵੀ ਲਿਆ ਜਾ ਰਿਹਾ, ਕਰਜ਼ਾ ਅੱਜ ਵੀ ਲਿਆ ਜਾ ਰਿਹਾ, ਨਾਲ ਮੋੜਿਆ ਵੀ ਜਾ ਰਿਹਾ, ਲਿਆ ਘੱਟ ਜਾ ਰਿਹਾ, ਮੋੜਿਆ ਵੱਧ ਜਾ ਰਿਹਾ ਹੈ। ਦੇਖੋ ਗਵਰਨੈਂਸ ਜਿਹੜੀ ਹੁੰਦੀ ਹੈ ਨਾ ਜੀ, ਉਹਨੂੰ ਤੁਹਾਨੂੰ ਹੋਲਿਸਟਿਕ ਪਿਕਚਰ ਦੇ ਵਿੱਚ ਦੇਖਣਾ ਪੈਣਾ ਹੈ। ਅੱਜ ਪੈਸੇ ਦੀ ਇੱਕ ਜਗ੍ਹਾ ਦੇ ਉੱਪਰ ਲੋੜ ਹੈ, ਉੱਥੇ ਲੈਣਾ ਪਊਗਾ ਤੇ ਜਿੱਥੋਂ ਪੈਸਾ ਰੈਵਨਿਊ ਜਨਰੇਟ ਹੋ ਰਿਹਾ ਹੈ ਉਧਰੋਂ ਪੈਸਾ ਮੋੜਨਾ ਪਊਗਾ। ਕਿਉਂਕਿ ਮੈਂ ਵੀ ਇਹ ਸਾਰੀਆਂ ਚੀਜ਼ਾਂ ਇਸ ਲਈ ਡਿਸਕਸ ਕਰ ਰਿਹਾ ਕਿ ਪਬਲਿਕ ਕੀ ਚਾਹੁੰਦੀ ਹੈ। ਪਬਲਿਕ ਇਹ ਚਾਹੁੰਦੀ ਹੈ ਕਿ ਜਿਹੜੇ ਸਾਡੇ ਇਸ਼ੂ ਨੇ, ਸਾਡੇ ਸਵਾਲ ਨੇ, ਉਹ ਐਡਰੈਸ ਹੋਣ, ਹਨਾ। ਅੱਜ ਕੱਲ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ, ਹਰ ਕੋਈ ਬੰਦਾ ਪੋਸਟ ਪਾ ਦਿੰਦਾ, ਲਿਖ ਦਿੰਦਾ ਕਿ ਆ ਪਿਛਲੇ ਦਿਨੀ ਇੰਨਾ ਕਰਜ਼ਾ ਲਿਆ ਸਰਕਾਰ ਨੇ, ਇੰਨਾ ਕਰਜ਼ਾ ਲਿਆ, ਔਰ ਤੁਸੀਂ ਤੇ ਤੁਹਾਡੀ ਪਾਰਟੀ ਸਪਸ਼ਟਤਾ ਦੇ ਵਿੱਚ ਵਿਸ਼ਵਾਸ ਰੱਖਦੀ ਹੈ ਕਿ ਅਸੀਂ ਤੇ ਹਰ ਚੀਜ਼ ਸਾਹਮਣੇ ਹੈ, ਪਬਲਿਕ ਡੋਮੇਨ 'ਚ। ਇਸ ਕਰਕੇ ਉਹ ਚੀਜ਼ਾਂ ਡਿਸਕਸ ਕਰਨੀਆਂ ਔਰ ਦੱਸਣੀਆਂ ਜ਼ਰੂਰੀ ਹੋ ਜਾਂਦੀਆਂ ਕਿ ਸਰਕਾਰ ਕਰਜ਼ਾ ਲੈ ਰਹੀ ਹੈ ਨਾ, ਲੈ ਰਹੀ ਹੈ, ਨਾਲ ਉਹ ਤੋਂ ਵੱਧ ਮੋੜ ਵੀ ਰਹੀ ਹੈ। ਦੇਖੋ ਮੇਰੀ ਗੱਲ ਸਮਝੋ ਤੁਸੀਂ, ਅੱਜ ਇਹ ਬੇਸਿਕਲੀ ਸਿਸਟਮ ਕੀ ਆ, ਹਰ ਹਫਤੇ ਜਿਹੜਾ ਗਵਰਨਮੈਂਟ ਆਫ ਇੰਡੀਆ ਦਾ ਔਰ ਸਾਰੀਆਂ ਸਟੇਟਾਂ ਦਾ ਜਿਹੜਾ ਸਿਸਟਮ ਹੈ ਕਿ ਹਰ ਹਫਤੇ ਉੱਥੇ ਇੱਕ ਤਰੀਕੇ ਦੇ ਆਪਾਂ ਨੂੰ ਪੰਜਾਬੀ ਭਾਸ਼ਾ ਕੇ ਲਈ ਬੋਲੀ ਲੱਗਦੀ ਹੈ ਵੀ ਕਿਹਨੂੰ ਕਿੰਨਾ ਪੈਸਾ ਚਾਹੀਦਾ ਹੈ। ਉਹ ਆਰਬੀਆਈ ਤੋਂ ਚਾਹੀਦਾ, ਕਿਸੇ ਹੋਰ ਫਾਈਨੈਂਸ਼ੀਅਲ ਇੰਸਟੀਟਿਊਸ਼ਨ ਤੋਂ ਚਾਹੀਦਾ, ਉੱਥੋਂ ਸਾਰੀਆਂ ਸਟੇਟਾਂ ਜਿਹੜੀਆਂ ਉਹ ਪੈਸਾ ਚੱਕਦੀਆਂ ਨੇ, ਠੀਕ ਹੈ। ਉਹ ਨਾਲ ਇੱਕ ਪਾਸੇ ਚੱਕਿਆ ਜਾਂਦਾ ਤੇ ਦੂਜੇ ਪਾਸੇ ਉਹ ਜਿਹੜਾ ਜਿੱਥੋਂ ਪੈਸਾ ਜਨਰੇਟ ਹੋ ਰਿਹਾ, ਸਪੋਜ਼ ਰੈਵਨਿਊ ਦੇ ਵਿੱਚ ਜਨਰੇਟ ਹੋ ਰਿਹਾ, ਐਕਸਾਈਜ਼ ਦੇ ਵਿੱਚੋਂ ਜਨਰੇਟ ਹੋ ਰਿਹਾ ਹੈ, ਜਾਂ ਕਿਸੇ ਹੋਰ ਪਾਰਟੀਕੂਲਰ ਡਿਪਾਰਟਮੈਂਟ ਦੇ ਵਿੱਚੋਂ ਪੈਸਾ ਜਨਰੇਟ ਹੋ, ਉਹ ਨਾਲ ਜਿਹੜਾ ਮੋੜਿਆ ਵੀ ਜਾ ਰਿਹਾ। ਸੋ ਪ੍ਰਿੰਸੀਪਲ ਅਮਾਉਂਟ ਦਾ ਤੁਸੀਂ ਜ਼ਿਕਰ ਕਰ ਰਹੇ ਹੋ ਕਿ ਪ੍ਰਿੰਸੀਪਲ ਅਮਾਉਂਟ ਅਸੀਂ ਵੱਧ ਦੇ ਰਹੇ 7 ਮਹੀਨਿਆਂ ਦੇ ਵਿੱਚ ਜਿੰਨਾ ਕਰਜ਼ਾ ਲਿਆ ਉਹ ਤੋਂ ਆਲਮੋਸਟ 1.5 ਲੱਖ ਕਰਜ਼ਾ ਜਿਹੜਾ ਉਹ ਅਸੀਂ ਮੋੜ ਚੁੱਕੇ ਹਾਂ। ਸੋ ਹੋਰ ਵੀ ਕਾਫੀ ਸਾਰੀਆਂ ਚੀਜ਼ਾਂ ਨੇ, ਪਰ ਮੈਂ 2 ਚੀਜ਼ਾਂ 7 ਮਹੀਨੇ ਦਾ ਆਪਾਂ ਜ਼ਿਕਰ ਕਰ ਰਹੇ ਹਾਂ, ਹੈਲਥ ਤੇ ਐਜੂਕੇਸ਼ਨ। ਵਿਰੋਧੀ ਧਿਰਾਂ ਇਹ ਕਹਿੰਦੀਆਂ ਨੇ, ਪਬਲਿਕ ਦੇ ਵੀ ਬਹੁਤ ਸਾਰੇ ਸਵਾਲ ਨੇ ਵੀ ਤੁਸੀਂ ਕਿਹਾ ਸੀ ਵੀ ਆਉਂਦੇ ਹੀ ਅਸੀਂ ਕ੍ਰਾਂਤੀ ਲਿਆ ਦਿਆਂਗੇ, ਰੈਵੋਲੂਸ਼ਨ ਲਿਆ ਦਿਆਂਗੇ ਸਿੱਖਿਆ ਤੇ ਸਿਹਤ ਦੇ ਵਿੱਚ। 7 ਮਹੀਨਿਆਂ 'ਚ ਸਰਕਾਰ ਸਿੱਖਿਆ ਤੇ ਸਿਹਤ 'ਚ ਕਿੱਥੇ ਖੜੀ ਹੈ? ਦੇਖੋ ਇਸ ਤਰ੍ਹਾਂ ਕਿ ਸਭ ਤੋਂ ਪਹਿਲਾਂ ਤਾਂ ਕੰਮ ਇਹੀ ਅਸੀਂ ਵੱਡੇ ਪੱਧਰ ਦੇ ਉੱਪਰ ਕੀਤਾ ਕਿ ਜਿਹੜਾ ਸਾਡਾ ਪਹਿਲਾ ਬਜਟ ਸੀਗਾ, ਅੱਜ ਤੱਕ ਪੰਜਾਬ ਦੇ ਜਿਹੜੇ ਬਜਟ ਐਲੋਕੇਸ਼ਨ ਸੀਗੀ ਉਹ ਹੈਲਥ ਔਰ ਐਜੂਕੇਸ਼ਨ ਨੂੰ ਉਹ ਸਭ ਤੋਂ ਘੱਟ ਸੀਗੀ ਸਾਰੀਆਂ ਸਟੇਟਾਂ ਦੇ ਮੁਕਾਬਲੇ। ਅਸੀਂ ਉਹ ਸਬਸਟੈਂਸ਼ੀਅਲੀ ਇਸ ਬਜਟ ਦੇ ਵਿੱਚ ਵਧਾਈ, ਨੰਬਰ 1। ਨੰਬਰ 2, ਜੇ ਹੁਣ ਆਪਾਂ ਡਿਟੇਲਿੰਗ ਦੇ ਵਿੱਚ ਆ ਜਾਈਏ ਤੇ ਡਿਟੇਲਿੰਗ ਦੀ ਜੇ ਆਪਾਂ ਐਜੂਕੇਸ਼ਨ ਦੀ ਗੱਲ ਕਰ ਲਈਏ ਤੇ 100 ਸਕੂਲਸ ਆਫ ਐਮੀਨੈਂਸ ਨੇ ਜਿਹੜੇ ਉਹਦੇ ਉੱਪਰ ਕੰਮ ਹੈ ਜਿਹੜਾ ਉਹ ਚੱਲ ਰਿਹਾ ਹੈ। ਇਸੇ ਤਰੀਕੇ ਨਾਲ ਹਾਇਰ ਐਜੂਕੇਸ਼ਨ ਦੀ ਗੱਲ ਕਰ ਲਈਏ, 16 ਮੈਡੀਕਲ ਕਾਲਜ ਨੇ ਉਹ ਸਰਕਾਰ ਟਾਰਗੇਟ ਕਰ ਰਹੀ ਹੈ ਕਿ ਅਸੀਂ 5 ਸਾਲਾਂ ਦੇ ਵਿੱਚ ਅਸੀਂ ਕੰਪਲੀਟ ਕਰਨੇ ਨੇ। ਇਸੇ ਤਰੀਕੇ ਦੇ ਨਾਲ ITIs ਨੇ ਜਿਹੜੀਆਂ ਉਹ ਨਵੀਆਂ ਨੇ ਜਿਹੜੀਆਂ ਉਹ ਖੁੱਲਣ ਦਾ ਕੰਮ ਜਿਹੜਾ ਚੱਲ ਰਿਹਾ। ਮੈਡੀਕਲ ਕਾਲਜ ਬਣਨੇ ਸ਼ੁਰੂ ਹੋ ਗਏ, ਕਿਤੇ ਮਸਤਾਨਾ ਸਾਹਿਬ ਦੇ ਸ਼ੁਰੂ ਹੋ ਗਏ। 3 ਮਹੀਨੇ ਪਹਿਲਾਂ ਸੀਐਮ ਸਾਹਿਬ ਖੁਦ ਆਪ ਉਹਦਾ ਨੀਂਹ ਪੱਥਰ ਰੱਖ ਕੇ ਆਏ ਨੇ, ਉਹਦਾ ਕੰਮ ਹੈ ਜਿਹੜਾ ਉਹ ਸ਼ੁਰੂ ਹੋ ਚੁੱਕਿਆ। ਆਪਾਂ ਹੈਲਥ ਦੀ ਗੱਲ ਕਰ ਲਈਏ, 100 ਮੁਹੱਲਾ ਕਲੀਨਿਕ ਨੇ ਜਿਹੜੇ ਉਹ 15 ਅਗਸਤ ਨੂੰ ਸ਼ੁਰੂ ਕੀਤੇ ਸੀਗੇ, ਅੱਜ 2 ਮਹੀਨੇ ਹੋਏ ਨੇ ਤੇ ਉਹਨਾਂ 100 ਮੁਹੱਲਾ ਕਲੀਨਿਕਾਂ ਦੇ ਵਿੱਚੋਂ 4 ਲੱਖ ਤੋਂ ਵੱਧ ਪੇਸ਼ੈਂਟਸ ਦਾ ਇਲਾਜ ਹੈ ਜਿਹੜਾ ਉਹ ਹੋ ਚੁੱਕਿਆ। ਇੱਥੇ ਸਵਾਲ ਅਮਨ ਜੀ ਇਹ ਹੁੰਦਾ ਹੈ ਕਿ ਤੁਸੀਂ, ਕਿਉਂਕਿ ਮੁਹੱਲਾ ਕਲੀਨਿਕ ਤੁਹਾਡਾ ਦਿੱਲੀ ਦਾ ਕਨਸੈਪਟ ਸੀ, ਇਸ ਕਰਕੇ ਤੁਸੀਂ ਉਹਨੂੰ ਇਮੀਡੀਏਟਲੀ ਇੱਥੇ ਲਾਗੂ ਕੀਤਾ, ਪਰ ਜਿਹੜਾ ਮੌਜੂਦਾ ਹੈਲਥ ਸਿਸਟਮ ਹੈ, ਜਿਹੜਾ ਹਸਪਤਾਲਾਂ ਦੇ ਵਿੱਚ ਮਸ਼ੀਨਾਂ ਪਈਆਂ, ਐਡੀਆਂ ਇਨਫਰਾਸਟ੍ਰਕਚਰ ਹੈ, ਚਲਾਉਣ ਵਾਲੇ ਬੰਦੇ ਹੈ ਨਹੀਂ, ਹਸਪਤਾਲਾਂ ਦੇ ਵਿੱਚ ਡਾਕਟਰਾਂ ਦੀ ਕਮੀ ਹੈ, ਜਿਹੜਾ ਮੁੱਢਲਾ ਇਨਫਰਾਸਟ੍ਰਕਚਰ ਹੈ ਗਰਾਊਂਡ ਲੈਵਲ ਤੇ, ਮਤਲਬ ਕਈ ਵਾਰੀ ਸਾਨੂੰ ਐਸੇ ਫੋਨ ਆਉਂਦੇ ਆ, ਮੈਂ ਮਤਲਬ ਨਾਂ ਨਹੀਂ ਲੈਂਦਾ ਕਿ ਕਿਉਂਕਿ ਡਾਕਟਰ ਕਈ ਵਾਰੀ ਤੁਹਾਡੇ ਲਿੰਕ 'ਚ ਹੁੰਦੇ ਆ, ਦੱਸ ਦਿੰਦੇ ਆ ਹਸਪਤਾਲਾਂ ਦੇ ਕਿ ਸਾਡੇ ਜੀ ਹਸਪਤਾਲ ਦੇ ਵਿੱਚ ਇਨਸੂਲਿਨ ਹੀ ਖਤਮ ਹੋ ਗਿਆ ਸਰਕਾਰੀ। ਐਸੀਆਂ ਉਹਨਾਂ ਸਮੱਸਿਆਵਾਂ ਨੂੰ ਆਪਾਂ ਕਿਵੇਂ ਦੂਰ ਕਰਾਂਗੇ? ਦੇਖੋ ਬਰਾੜ ਸਾਹਿਬ, ਮੈਂ ਤੁਹਾਡੀ ਗੱਲ ਦੇ ਨਾਲ 100% ਸਹਿਮਤ ਹਾਂ। ਮੇਰੀ ਬੇਨਤੀ ਸਿਰਫ ਤੁਹਾਨੂੰ ਇਹ ਹੈ ਵੀ ਜਦੋਂ ਵੀ ਕੋਈ ਸਪੋਜ਼ ਕੈਂਸਰ ਹੋਵੇ, ਕੈਂਸਰ ਜੇ ਤੁਸੀਂ ਇਹ ਸੋਚੋ ਵੀ ਇੱਕ ਦਿਨ ਦੇ ਵਿੱਚ ਆਪਾਂ ਮੱਲਮ ਪੱਟੀ ਕਰਕੇ ਜਾਂ ਬੈਂਡੇਜ ਕਰਕੇ ਡਿਸਪਲਿਨ ਦੀ ਗੋਲੀ ਦੇ ਕੇ ਦੂਰ ਹੋ ਜਾਊਗਾ, ਉਹ ਤਾਂ ਪੋਸੀਬਲ ਨਹੀਂ ਹੈਗਾ। ਹੁਣ ਇਸ ਹੈਲਥ ਸਿਸਟਮ ਨੂੰ ਲਾ ਲਓ, ਐਜੂਕੇਸ਼ਨ ਸਿਸਟਮ ਨੂੰ ਲਾ ਲਓ, ਇੰਨਾ ਕੁ ਮਾੜਾ ਕਰਤਾ ਸੀ ਇਹਨਾਂ ਨੇ, ਉਹਨੂੰ ਦਰੁਸਤ ਕਰਨ ਦੇ ਵਿੱਚ ਸਮਾਂ ਤਾਂ ਲੱਗੂਗਾ। ਇਨਫਰਾਸਟ੍ਰਕਚਰ ਹੈ ਜਿਹੜਾ
ਉਹ ਬੜੀ ਜਲਦੀ ਹੀ ਇਨ ਪਲੇਸ ਹੋ ਜਾਊਗਾ। ਹੁਣ ਜਿਸ ਤੁਸੀਂ ਡਾਕਟਰਾਂ ਦੀ ਗੱਲ ਕੀਤੀ ਜਾਂ ਤੁਸੀਂ ਨਰਸਿੰਗ ਸਟਾਫ ਦੀ ਆਪਾਂ ਗੱਲ ਕਰ ਲਈਏ, ਜੇ ਅੱਜ ਵੀ ਆਪਾਂ ਭਰਤੀ ਸ਼ੁਰੂ ਕਰਦੇ ਆ ਨਾ ਜੀ, ਉਹਨਾਂ ਦਾ ਪ੍ਰੋਸੈਸ ਨੂੰ 4-6 ਮਹੀਨੇ ਦਾ ਸਮਾਂ ਜਿਹੜਾ ਉਹ ਲੱਗ ਜਾਂਦਾ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਭਰਤੀਆਂ ਵੀ ਚੱਲ ਰਹੀਆਂ ਨੇ, ਇਨਫਰਾਸਟ੍ਰਕਚਰ ਹੈ ਜਿਹੜਾ ਉਹ ਪੁਰਾਣੇ ਨੂੰ ਦਰੁਸਤ ਕਿਵੇਂ ਕਰਨਾ ਹੈ, ਨਵਾਂ ਕਿਵੇਂ ਤਿਆਰ ਕਰਨਾ ਹੈ, ਇਹਦੇ ਉੱਪਰ ਸਾਰੇ ਦੇ ਉੱਪਰ ਕੰਮ ਜਿਹੜਾ ਚੱਲ ਰਿਹਾ ਆਉਣ ਵਾਲੇ ਦਿਨਾਂ ਦੇ ਵਿੱਚ। ਔਰ ਤੁਸੀਂ ਨਾਲ ਇੱਕ ਚੀਜ਼ ਹੋਰ ਵੀ ਦੇਖੋ, ਮੰਨ ਕੇ ਚੱਲੋ, ਇਹ ਚੀਜ਼ਾਂ ਸਾਰੀਆਂ ਹੋਣੀਆਂ ਨੇ ਪੈਸੇ ਨਾਲ। ਪੈਸਾ ਜਿੰਨਾ ਉਹ ਕਰਜ਼ਾ ਛੱਡ ਗਏ ਪਿਛਲੀਆਂ ਸਰਕਾਰਾਂ, ਉਹਦੇ ਨਾਲ ਜਦੋਜਹਿਦ ਅਸੀਂ ਕਰਨ ਲੱਗੇ ਹੋਏ ਆ। 15-18 ਹਜ਼ਾਰ ਕਰੋੜ ਦਾ ਜਿਹੜਾ ਇੱਕ GST ਕੰਪਨਸੇਸ਼ਨ 5 ਸਾਲ ਮਿਲਣਾ ਸੀਗਾ, ਉਹ 30 ਜੂਨ ਨੂੰ ਮਿਲਣਾ ਖਤਮ ਹੋ ਗਿਆ। ਇੱਕ ਪਾਸੇ ਪੈਸਾ ਮਿਲਣਾ ਖਤਮ ਹੋ ਰਿਹਾ ਹੈ, ਦੂਜੇ ਪਾਸਿਓਂ ਭ੍ਰਿਸ਼ਟਾਚਾਰ ਨਾਲ ਲੜਾਈ ਹੈ ਉਹ ਲੜ ਰਹੇ ਆ, ਤੀਜੇ ਪਾਸਿਓਂ ਪੈਸਾ ਜਿਹੜਾ ਰੈਵਨਿਊ ਜਨਰੇਟ ਸਟੇਟ ਦੇ ਵਿੱਚੋਂ ਆਪਦੇ ਸੋਰਸਿਸ ਤੋਂ ਕਰਨਾ ਉਹ ਕਰ ਰਹੇ ਆ। ਫਿਰ ਨਾਲ ਇਹਨਾਂ ਚੀਜ਼ਾਂ ਦੇ ਉੱਪਰ, ਹੈਲਥ ਐਜੂਕੇਸ਼ਨ ਦੇ ਉੱਪਰ ਨੂੰ ਦਰੁਸਤ ਕਰਨ ਜਿਹੜੇ ਤੁਸੀਂ ਨਾਲ ਵਾਅਦੇ ਕੀਤੇ ਹੋਏ ਆ, ਉਹ ਅੱਡ ਲੋਕ ਸਵਾਲ ਪੁੱਛਦੇ ਆ ਵੀ ਜੀ ਕਦੋਂ ਪੂਰੇ ਕਰੋਗੇ, ਮਹਿਲਾਵਾਂ ਨੂੰ 1000 ਰੁਪਇਆ ਕਦੋਂ ਦੇਵੋਗੇ? ਉਹਦੇ ਚ ਸਾਡੇ ਬਰਾੜ ਸਾਹਿਬ ਦੇਖੋ 5 ਗਰੰਟੀ। ਤੁਸੀਂ ਇਮਾਨਦਾਰੀ ਨਾਲ ਇੱਕ ਗੱਲ ਦੱਸੋ, ਇਮਾਨਦਾਰੀ ਨਾਲ ਇੱਕ ਗੱਲ ਦੱਸੋ ਕਿ ਸਰਕਾਰ ਅਫੋਰਡ ਕਰਦੀ ਹੈ ਜੋ ਵਾਅਦੇ ਪੂਰੇ ਕਰਨੇ? ਦੇਖੋ ਇਸ ਤਰ੍ਹਾਂ ਹੈ ਕਿ ਜੇ ਪੂਰੀ ਇਮਾਨਦਾਰੀ ਦੇ ਨਾਲ ਸਰਕਾਰ ਕੰਮ ਕਰੇ, ਜਿਹੜੀ ਕਿ ਕਰ ਰਹੀ ਹੈ, ਤੇ ਲੋਕ ਪੂਰਾ ਸਾਥ ਦੇਣ, ਤੇ ਇਹ ਵਾਅਦੇ ਕਿੱਦਾਂ ਦਾ ਸਾਥ ਦੇਣ ਲੋਕ? ਕਿੱਦਾਂ ਦਾ ਬਰਾੜ ਸਾਹਿਬ ਇੱਕ ਮਿੰਟ ਮੇਰੀ ਗੱਲ ਸਮਝੋ, ਇੱਕ ਮਿੰਟ। ਜੇ ਸਪੋਜ਼ ਕੋਈ ਵਿਅਕਤੀ, ਮੈਂ ਅੱਜ ਬਿਜ਼ਨਸ ਕਰਦਾ, ਮੈਂ ਦੁਕਾਨ ਚਲਾਉਣਾ, ਠੀਕ ਹੈ ਨਾ, ਮੈਂ ਜੇ ਆਪਦਾ ਟੈਕਸੀ ਪੂਰਾ ਨਹੀਂ ਭਰ ਰਿਹਾ ਹੈਗਾ, ਤੇ ਸਰਕਾਰ ਕਿੱਥੋਂ ਚੱਲੂਗੀ ਜੀ? ਅਲਟੀਮੇਟਲੀ ਸਰਕਾਰ ਦਾ ਇਹ ਥੋੜੀ ਹੈ ਕੋਈ ਮਨੀ ਮਿੰਟਿੰਗ ਮਸ਼ੀਨ, ਪੈਸੇ ਨੋਟ ਛਾਪਣ ਵਾਲੀ ਮਸ਼ੀਨ ਥੋੜੋ ਸਰਕਾਰ ਕੋਲ ਲੱਗੀ ਹੋਈ ਹੈ। ਸਰਕਾਰ ਬੇਸਿਕਲੀ ਚਲਾਉਣਾ ਕੀ ਹੈ? ਸਰਕਾਰ ਜਿਹੋ ਜਿਹਾ ਘਰ ਚਲਾ ਲਿਆ, ਜਿਹੋ ਜਿਹਾ ਕੋਈ ਬਿਜ਼ਨਸ ਚਲਾ ਲਿਆ, ਜਿਹੋ ਜਿਹੀ ਕੋਈ ਆਪਾਂ ਸੰਸਥਾ ਚਲਾ ਲਈ, ਜਾਂ ਜਿਹੋ ਜਿਹਾ ਥੋੜਾ ਚੈਨਲ ਚਲਾ ਲਿਆ, ਵੀ ਇੱਕ ਪਾਸਿਓਂ ਰੈਵਨਿਊ ਆਉਣਾ, ਇੱਕ ਪਾਸਿਓਂ ਪੈਸਾ ਆਉਣਾ, ਤੇ ਦੂਜੇ ਪਾਸੇ ਪੈਸਾ ਹੈ ਉਹ ਲੋਕਾਂ ਦੀ ਭਲਾਈ ਦੇ ਉੱਪਰ ਲੱਗ ਜੇ। ਸਰਕਾਰ ਦੀ ਜ਼ਿੰਮੇਵਾਰੀ ਸਿਰਫ ਇੰਨੀ ਹੁੰਦੀ ਹੈ ਵੀ ਜਿਹੜਾ ਤੁਸੀਂ ਲੋਕਾਂ ਤੋਂ ਲੈਂਦੇ ਹੋ, ਉਹ ਨੰਬਰ 1 ਤਾਂ ਲੋਕਾਂ ਨੂੰ ਪੈਨਸ਼ਨਾਂ ਕਰੇ, ਤੇ ਨੰਬਰ 2 ਉਹ 100 ਦਾ 100% ਸਰਕਾਰ ਦੇ ਖਜ਼ਾਨੇ ਚ ਆ ਜੇ। ਠੀਕ ਹੈ, ਆਹੀ ਸਰਕਾਰ ਦੀ ਜ਼ਿੰਮੇਵਾਰੀ ਹੈ। ਤੇ ਨਾਲ ਜ਼ਿੰਮੇਵਾਰੀ ਇਹ ਬਣਦੀ ਹੈ ਵੀ ਜਿਹੜਾ 100 ਦਾ 100% ਹੈ, ਉਹ ਲੋਕਾਂ ਦੀ ਭਲਾਈ ਦੇ ਉੱਪਰ ਬਿਨਾਂ ਕਰਪਸ਼ਨ ਤੋਂ, ਬਿਨਾਂ ਠੱਗੀਆਂ ਠੋਰੀਆਂ ਤੋਂ ਉਹ ਲੱਗੇ। ਸਰਕਾਰ ਆਹੀ ਕੰਮ ਹੈ ਨਾ ਜੀ, ਆਹੀ ਬਿਜ਼ਨਸ ਚ ਹੁੰਦਾ ਹੈ, ਆਹੀ ਘਰ ਚਲਾਉਣ ਚ ਹੁੰਦਾ ਹੈ। ਜੇ ਹੁਣ ਆਪਾਂ ਘਰ ਚਲਾਉਣ ਵਾਲਾ ਬੰਦਾ, ਇੱਕ ਬੰਦੇ ਦੀ 20,000 ਤਨਖਾਹ ਹੈ, ਜੇ ਉਹ 5-7 ਹਜ਼ਾਰ ਦੀ ਕੁੰਡੀ ਬਾਹਰ ਦੀ ਬਾਹਰ ਕਿਸੇ ਨੂੰ ਫੜਾ ਜੂਗਾ, ਤੇ ਘਰ ਕਿਵੇਂ ਚੱਲਣਾ? ਘਰ ਵੀ ਨਹੀਂ ਚੱਲਣਾ ਹੈਗਾ। ਆਹੀ ਕੰਮ ਭਾਈ ਸਾਹਿਬ ਸਰਕਾਰ ਚਲਾਉਣ ਦਾ ਹੈ। ਸਾਡੀ ਜ਼ਿੰਮੇਵਾਰੀ ਇਹ ਵੀ ਜਿਹੜਾ ਇਹ ਕਾਲਾ ਮਾਲਾ ਕੀਤਾ ਹੋਇਆ ਇਹਨਾਂ ਨੇ, ਸਿਸਟਮ ਨੂੰ ਖਤਮ ਕੀਤਾ ਹੋਇਆ ਹੈ, ਕਰਪਸ਼ਨ ਨੇ, ਮਾਫੀਆ ਨੇ, ਉਹਨੂੰ ਦੁਰਸਤ ਕਰੀਏ। ਜਦੋਂ ਹਰ ਬੰਦਾ ਆਪਦਾ ਜ਼ਿੰਮੇਵਾਰੀ ਸਮਝਦਾ ਹੋਇਆ ਸਰਕਾਰ ਨੂੰ ਆਪਦਾ ਬਣਦਾ ਹੱਕ ਟੈਕਸ ਦਾ ਦੇਣ ਲੱਗ ਗਿਆ, ਤੇ ਆ ਜਿਹੜੇ ਤੁਸੀਂ ਗੱਲਾਂ ਕਰਦੇ ਨੇ, ਜਿਹੜੇ ਅਸੀਂ ਪ੍ਰੋਮਿਸਿਸ ਕੀਤੇ ਨੇ, ਇਹ ਤਾਂ ਕੁਝ ਵੀ ਨਹੀਂ ਹੈਗੇ ਉਹਦੇ ਸਾਹਮਣੇ। ਇਹਦੇ ਚ ਅਮਨ ਜੀ ਇੱਕ ਚੀਜ਼ ਹੈ ਨਾ ਕਿ ਅੱਜ ਕੱਲ ਪਬਲਿਕ ਰਿਜ਼ਲਟ ਮੰਗਦੀ ਹੈ। ਪਬਲਿਕ ਬਹੁਤ ਛੇਤੀ ਉਹ ਕਹਿੰਦੇ ਨੇ ਕਿ ਸਾਨੂੰ ਜਿਹੜੀ ਚੀਜ਼ ਤੁਸੀਂ ਕੀਤੀ ਸੀ ਅੱਜ ਪੂਰੇ, ਅਸੀਂ ਤੇ ਤੁਹਾਨੂੰ 92 MLA ਦੇਤੇ। ਇੱਕ ਮਿੰਟ, ਥੋੜੀ ਗੱਲ ਵਿੱਚ ਹੀ ਹੈ ਜੀ। 92 MLA ਕੀ ਆਪਦੇ ਘਰੋਂ ਲੈ ਕੇ ਆਉਣਗੇ ਜੀ? ਜੇ ਸਰਕਾਰ ਨੂੰ 92 MLA ਦੇ ਤੇ ਇਹਦਾ ਇਹ ਮਤਲਬ ਇਹ ਥੋੜੀ ਹੈ ਵੀ ਕਿਸੇ ਨੂੰ ਟੈਕਸ ਚੋਰੀ ਦਾ ਅਧਿਕਾਰ ਮਿਲ ਗਿਆ। ਅਸੀਂ ਤਾਂ ਇਹ ਕਹਿੰਦੇ ਆ ਵੀ ਜੇ ਕੋਈ ਸਾਡਾ ਬੰਦਾ 19-21 ਕਰਦਾ, ਗੜਬੜ ਕਰਦਾ, ਤਾਂ ਦੱਸੋ, ਉਹ ਟੰਗਿਆ ਜਾਊਗਾ। ਪਰ ਇਹ ਤਾਂ ਕਿਸੇ ਨੂੰ ਰਾਈਟ ਨਹੀਂ ਨਾ ਹੈਗਾ ਵੀ ਆ ਜਿਹੜੇ ਬਣਦੇ ਟੈਕਸਿਸ ਨੇ, ਹਾਂ ਕੋਈ ਪਾਲਿਸੀ ਗਲਤ ਹੈ, ਸਪੋਜ਼ ਕੋਈ ਇਹੋ ਜਿਹੀ ਚੀਜ਼ ਹੈ ਜਿਹੜੀ ਕਿ ਉਹ ਲੋਕ ਉਹ ਸੈਕਸ਼ਨ ਅਫੋਰਡ ਨਹੀਂ ਕਰ ਰਿਹਾ ਹੈਗਾ, ਤੁਸੀਂ ਸਰਕਾਰੋਂ ਕੋਲ ਲੈ ਕੇ, ਉਹ ਸਰਕਾਰ ਆਪਦੀ ਪਾਲਿਸੀ ਅਮੈਂਡ ਕਰ ਲੂਗੀ, ਉਹਨੂੰ ਸੌਖਾ ਕਰ ਦੂਗੀ। ਦਿੱਲੀ ਦੇ ਵਿੱਚ ਵੀ ਕੀਤਾ ਸੀ ਅਰਵਿੰਦ ਜੀ ਨੇ, ਜਦੋਂ ਪਹਿਲੀ ਵਾਰੀ ਸਰਕਾਰ ਬਣੀ, ਉੱਥੇ ਵਪਾਰੀ ਆਏ ਕਿ ਜੀ 12.5 ਉਦੋਂ ਵੈਟ ਸੀਗਾ, GST ਨਹੀਂ ਸੀਗਾ, ਕਿ 12.5% ਟੈਕਸ ਹੈ ਜੀ, ਤੇ ਇਹ ਸਾਡੇ ਤੋਂ ਅਫੋਰਡ ਨਹੀਂ ਹੁੰਦਾ। ਕਹਿੰਦੇ ਕੋਈ ਗੱਲ ਨਹੀਂ, 5% ਕਰਤਾ 5 ਮਿੰਟਾਂ ਦੇ ਵਿੱਚ, ਤੇ ਰੈਵਨਿਊ ਕਲੈਕਸ਼ਨ ਹੈ ਜਿਹੜੀ ਉਹ 2.5 ਗੁਣੇ ਵੱਧ ਗਈ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ, ਇਹ ਨਹੀਂ ਹੋ ਸਕਦਾ ਹੈਗਾ ਭਾਈ ਸਾਹਿਬ। ਦੇਖੋ ਐਵੇਂ ਹੁਣ ਤੱਕ ਦੀਆਂ ਪੋਲੀਟੀਕਲ ਪਾਰਟੀਆਂ ਨੇ ਤੇ ਲੀਡਰਾਂ ਨੇ ਲੋਕਾਂ ਨੂੰ ਸਲਫਾਜ਼ ਦੇ ਉੱਪਰ ਚਾਸ਼ਨੀ ਚਾੜ ਦਿੱਤੀ ਹੋਈ ਹੈ, ਤੇ ਅੱਜ ਪੰਜਾਬ ਮਰਨ ਕਿਨਾਰੇ ਹੋਇਆ ਪਿਆ ਹੈ। ਅਸੀਂ ਇਹੋ ਜਿਹਾ ਕੰਮ ਬਿਲਕੁਲ ਨਹੀਂ ਕਰਦੇ ਹੈਗੇ। ਅਸੀਂ ਤਾਂ ਕਹਿੰਦੇ ਭਾਈ ਜੇ ਸਾਡੀ ਨੀਚ ਫਰਕ ਲੱਗਦਾ ਸਾਨੂੰ ਦੱਸੋ, ਪਰ ਆਪ ਵੀ ਲੋਕ ਇਮਾਨਦਾਰੀ ਦੇ ਨਾਲ ਜਿਹੜਾ ਜੇ ਟੈਕਸਿਸ ਦੇਣਗੇ ਤਾਂ ਹੀ ਚਲਾ ਪਾਵਾਂਗੇ, ਨਹੀਂ ਚਲਾਉਣਾ ਕਿਸੇ ਨੇ ਵੀ ਦੇਣ ਲੱਗੇ ਕੋਈ ਫਰਕ ਪਿਆ। ਦੇਖੋ ਮੇਰੀ ਗੱਲ ਸੁਣੋ, ਹੁਣ 2 ਐਗਜ਼ਾਮਪਲਾਂ ਤੁਹਾਨੂੰ ਦੇ ਦਿੰਦਾ। ਜੇ ਮੈਂ ਸ਼ਰਾਬ ਦੀ ਆਪਾਂ ਗੱਲ ਕੀਤੀ ਜੀ, ਹੁਣ ਤੱਕ 70 ਸਾਲਾਂ 'ਚ ਇਹਨਾਂ ਕੋਲ 6200 ਕਰੋੜ ਦੀ ਕਲੈਕਸ਼ਨ ਹੁੰਦੀ ਸੀਗੀ, ਮੈਕਸਿਮਮ ਜ਼ੋਰ ਮਾਰ ਕੇ ਪਿਛਲੇ ਸਾਲ, ਉਹ ਵੀ ਇਲੈਕਸ਼ਨ ਈਅਰ ਦੇ ਵਿੱਚ। ਅਸੀਂ ਕਹਿੰਦੇ ਵੀ ਅਸੀਂ ਇਸ ਵਾਰੀ ਘੱਟੋ ਘੱਟ 9200 ਜਾਂ 9500 ਕਰੋੜ ਤੇ ਲੈ ਕੇ ਜਾਵਾਂਗੇ। ਦੈਟ ਮੀਨਸ ਪੈਸਾ ਆਉਣਾ ਸ਼ੁਰੂ ਹੋ ਗਿਆ। ਜੇ ਅਸੀਂ ਸਟੈਂਪ ਡਿਊਟੀ ਦੀ ਸਾਡੀ ਇਨਕਰੀਜ਼ ਹੈ ਜਿਹੜਾ, ਉਹ ਇਸ ਵਾਰੀ ਆਈ ਥਿੰਕ 27-28% ਇਨਕਰੀਜ਼ ਹੈ ਜਿਹੜਾ, ਉਹ ਇਹਨਾਂ 6 ਮਹੀਨਿਆਂ ਦੇ ਵਿੱਚ ਹੋ ਰਿਹਾ। ਅਸੀਂ ਟਰਾਂਸਪੋਰਟ ਦੇ ਵਿੱਚ 23% ਇਨਕਰੀਜ਼ ਹੈ ਜਿਹੜਾ, ਉਹ ਟਰਾਂਸਪੋਰਟ ਦੇ ਵਿੱਚ ਹੋ ਰਿਹਾ। ਸੋ ਮੇਰੇ ਕਹਿਣ ਦਾ ਮਤਲਬ, ਹੁਣ ਤੁਹਾਨੂੰ ਮੈਂ ਆਪਦੇ ਮਹਿਕਮੇ ਦੀ ਇੱਕ ਐਗਜ਼ਾਮਪਲ ਦੇ ਨਾ, ਦੂਰ ਨਾ ਜਾਓ ਜੀ।
ਸਾਡੀ ਮੇਰੇ ਕੋਲ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ ਹੈ ਜੀ, ਸਾਰੀਆਂ ਅਥਾਰਟੀਜ਼ ਨੇ ਉਹ ਸਾਡੇ ਡਿਪਾਰਟਮੈਂਟ ਦੇ ਅੰਡਰ ਆਉਂਦੀਆਂ ਨੇ। ਗਲਾਡਾ ਜਿਹੜੀ ਗਲਾਡਾ ਲੁਧਿਆਣਾ ਦੀ ਅਥਾਰਟੀ ਹੈ, ਉੱਥੇ ਇੱਕ ਵਰਧਮਾਨ ਚੌਂਕ ਦੇ ਵਿੱਚ ਇੱਕ 2 ਏਕੜ ਦੀ ਸਾਈਟ ਪਈ ਹੈ। ਉਹ ਸਾਈਟ ਬੇਸਿਕਲੀ ਜਦੋਂ ਕੋਈ ਪਬਲਿਕ ਫੰਕਸ਼ਨ ਹੁੰਦੇ ਨੇ ਉਹਦੇ ਵਾਸਤੇ ਵਰਤ ਲਈ ਜਾਂਦੀ, ਉਹ ਦੇ ਦਿੱਤੀ ਜਾਂਦੀ ਹੈ ਕਿਰਾਏ ਤੇ। ਉਹ ਸਾਈਟ ਹੁਣ ਤੱਕ ਪਿਛਲੇ 30-40 ਸਾਲਾਂ ਦੇ ਵਿੱਚ ਪਿਛਲੀ ਵਾਰੀ ਮੈਕਸਿਮਮ ਕਿਰਾਏ ਤੇ ਗਈ ਸੀਗੀ 15,100 ਰੁਪਏ ਤੇ 15 ਦਿਨਾਂ ਵਾਸਤੇ। ਰਾਮ ਲੀਲਾ ਦਾ ਜਿਹੜਾ ਦਾ ਪ੍ਰੋਗਰਾਮ 15 ਦਿਨ ਚੱਲਣਾ ਹੁੰਦਾ ਹੈ, ਉਹਦੇ ਵਾਸਤੇ 15,100 ਰੁਪਏ ਡੇਲੀ ਦਾ ਕਿਰਾਏ ਤੇ ਚੜ੍ਹਦੀ ਸੀਗੀ। ਤੇ ਅਸੀਂ ਇਸ ਵਾਰੀ ਇਮੇਜਿਨ ਕਰੋ ਕਿੰਨੇ ਤੇ ਚੜਾਈ ਹੋਊਗੀ, 4,71,000 ਰੁਪਇਆ ਰੋਜ਼ਾਨਾ ਤੇ। 2 ਏਕੜ ਦੀ ਪੌਣੇ 2 ਏਕੜ ਦੀ ਸਾਈਟ, 15 ਦਿਨਾਂ ਦਾ ਕਿਰਾਇਆ, ਮਤਲਬ 70-80 ਲੱਖ ਤੇ ਲੈ ਗਏ। 68 ਲੱਖ ਰੁਪਇਆ ਅਸੀਂ ਇੱਕ ਸਾਈਟ ਦੇ ਪੌਣੇ 2 ਏਕੜ ਦੀ ਸਾਈਟ ਤੋਂ 15 ਦਿਨਾਂ ਦੇ ਵਿੱਚ ਅਸੀਂ ਵੱਧ ਕਮਾ ਲਿਆ, ਸਰਕਾਰ ਦੇ ਖਾਤੇ 'ਚ ਵੱਧ ਆ ਗਿਆ। ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਕਿ ਤੁਹਾਨੂੰ ਸੱਚੀ ਦੱਸਾਂ, ਪਹਿਲਾਂ ਕੌਣ ਨਹੀਂ ਦਿੰਦਾ ਸੀ? ਜਦੋਂ ਬਸ ਪੁੱਛੋ ਨਾ ਜੀ, ਨਹੀਂ ਤੁਸੀਂ ਨਾਂ ਲੈ ਸਕਦੇ ਹੋ। ਨਹੀਂ ਪਤਾ ਗੱਲ ਕੀ ਹੁੰਦੀ ਹੈ ਜੀ, ਜਿਹੜਾ ਨਾ ਜੀ, ਕਿਉਂਕਿ ਜੇ ਤੁਸੀਂ ਇੰਨਾ ਡਿਫਰੈਂਸ ਕੱਢ ਲਿਆ ਤਾਂ ਤੁਹਾਨੂੰ ਇਹ ਵੀ ਪਤਾ ਲੱਗ ਗਿਆ ਹੋਣਾ ਕਿ ਪਹਿਲਾਂ ਕਿਉਂ ਨਹੀਂ ਹੋਇਆ। ਦੇਖੋ ਬਰਾੜ ਸਾਹਿਬ, ਗੱਲ ਪਤਾ ਕੀ ਹੈ, ਜਿਹੜਾ ਪਾਸਾ ਨਾ ਦੇਖੋ ਨਾ ਜੀ, ਬਸ ਉਹੀ ਭਲਾ ਹੈ। ਤੁਸੀਂ ਸੱਚੀ ਦੱਸਾਂ ਤੁਸੀਂ ਭਰਾ ਬੈਠੇ ਹੋ, ਇੰਨਾ ਕੁ ਮਨ ਕਈ ਵਾਰੀ ਦੁਖੀ ਹੁੰਦਾ ਨਾ। ਉਹ ਕਹਿੰਦੇ ਨੇ ਸੁਣਦੇ ਹੁੰਦੇ ਸੀਗੇ ਵੀ ਡੈਣ ਵੀ 7 ਘਰ ਛੱਡ ਦਿੰਦੀ ਹੁੰਦੀ ਹੈ। ਹੁਣ ਤੱਕ ਦੇ ਹੁਕਮਰਾਨਾਂ ਨੇ ਉਹ ਵੀ ਨਹੀਂ ਛੱਡਿਆ ਹੈਗਾ। ਵੀ ਤੁਸੀਂ ਜਿਨ੍ਹਾਂ ਲੋਕਾਂ ਤੋਂ, ਜਿਨ੍ਹਾਂ ਪੰਜਾਬੀਆਂ ਤੋਂ ਤੁਹਾਨੂੰ ਇੰਨਾ ਮਾਣ ਸਤਿਕਾਰ ਮਿਲਦਾ ਯਾਰ, ਉਹ ਤੁਹਾਨੂੰ ਸਿਰਾਂ ਤੇ ਬਿਠਾਉਂਦੇ ਨੇ, ਉਹ ਤੁਹਾਨੂੰ ਇੰਨਾ ਮਾਣ ਸਤਿਕਾਰ ਦਿੰਦੇ ਨੇ, ਤੁਹਾਡੇ ਅੱਗੇ ਪਿੱਛੇ ਪਾਇਲਟਾਂ ਲਾਉਂਦੇ ਨੇ, ਤੁਹਾਨੂੰ ਸਰਕਾਰੀ ਕੋਠੀਆਂ, ਸਰਕਾਰੀ ਦਫ਼ਤਰ ਮਿਲਦੇ ਨੇ, ਤੇ ਉਹਨਾਂ ਦੇ ਵਿੱਚ ਹੀ ਬਹਿ ਕੇ ਤੁਸੀਂ ਪੰਜਾਬੀਆਂ ਨੂੰ ਲੁੱਟਣ ਦਾ ਕੰਮ ਕਰੋ। ਇੰਨਾ ਦੁੱਖ ਹੁੰਦਾ ਨਾ ਕਈ ਵਾਰੀ ਤਾਂ, ਵੀ ਬਸ ਕਹਿੰਦੇ ਵੀ ਪ੍ਰਮਾਤਮਾ ਇਹੋ ਜਿਹੇ ਕੰਮਾਂ ਤੋਂ ਨਾਲੇ ਸਾਨੂੰ ਬਚਾ ਲਈ ਤੇ ਨਾਲੇ ਪੰਜਾਬ ਨੂੰ ਬਚਾ ਲਈ। ਅੱਛਾ, ਤੁਸੀਂ ਮੈਂ ਥੋੜਾ ਜਿਹਾ 1-2 ਪੋਲੀਟੀਕਲ ਗੱਲਾਂ ਜ਼ਰੂਰ ਕਰਨੀਆਂ ਚਾਹੂੰਗਾ। ਪਿਛਲੇ ਦਿਨਾਂ ਦੇ ਵਿੱਚ ਅਸੈਂਬਲੀ ਸੈਸ਼ਨ ਹੋਏ ਹੈ, ਹਾਲਾਂਕਿ ਚਲੋ ਉਹ ਇੱਕ ਅਲੱਗ ਕੰਟਰੋਵਰਸੀ ਸੀ ਕਿ ਤੁਸੀਂ ਜਿਹੜਾ ਹੈ ਕੌਨਫੀਡੈਂਸ ਮੋਸ਼ਨ ਲੈ ਕੇ ਆਏ, ਯਾਨੀ ਮੈਂ ਉਹ ਗੱਲ ਨਹੀਂ ਕਰਦਾ। ਮੈਂ ਇੱਕ ਤਜਰਬੇ ਦੀ ਗੱਲ ਕਰਦਾ, ਐਕਸਪੀਰੀਅੰਸ ਦੀ ਗੱਲ ਕਰਦਾ ਕਿ ਤੁਸੀਂ ਪਹਿਲਾਂ ਵੀ 5 ਸਾਲ MLA ਰਹੇ ਹੋ, ਉਸ ਤੋਂ ਪਹਿਲਾਂ ਲੰਮਾ ਆਪਦੇ ਪਰਿਵਾਰ ਦੇ ਵਿੱਚ ਤੁਸੀਂ ਸਿਆਸਤ ਦੇਖੀ ਹੈ, ਤੁਹਾਡੇ ਫਾਦਰ ਸਾਹਿਬ ਮਿਨਿਸਟਰ ਰਹਿ ਚੁੱਕੇ ਨੇ, ਔਰ ਹੁਣ ਜਾ ਕੇ ਜਦੋਂ ਤੁਸੀਂ ਤੁਹਾਡੇ ਤੇ ਸਿੱਧੀ ਜ਼ਿੰਮੇਵਾਰੀ ਪਈ ਹੈ, ਜਾਂ ਹੁਣ ਤੁਸੀਂ ਸੈਸ਼ਨ ਅਟੈਂਡ ਕਰਦੇ ਹੋ ਜਦੋਂ ਖੜੇ ਹੋ ਕੇ ਜਵਾਬ ਦੇਣਾ ਪੈਂਦਾ, ਔਰ ਜਦੋਂ ਕੋਈ ਆਪੋਜ਼ਿਟ ਸਾਈਡ ਤੋਂ ਕਹਿੰਦਾ ਕਿ ਜੀ ਪੁਆਇੰਟ ਆਫ ਆਰਡਰ ਜਾਂ ਮੇਰਾ ਇਹ ਸਬਮਿਸ਼ਨ ਹੈ, ਉਹਦੇ 'ਚ ਕੀ ਕੋਈ ਬਦਲਾਵ ਦੇਖਿਆ? ਦੇਖੋ, ਇਸ ਤਰ੍ਹਾਂ ਹੈ ਕਿ ਜਿਹੜੀ ਡਿਊਟੀ ਪ੍ਰਮਾਤਮਾ ਲਾਵੇ ਤੇ ਲੋਕ ਲਾਉਣ, ਉਹਨੂੰ ਤੁਸੀਂ ਪੂਰੀ ਇਮਾਨਦਾਰੀ ਤਨਦੇਹੀ ਦੇ ਨਾਲ ਨਿਭਾਉਣਾ ਚਾਹੀਦਾ। ਜੇ ਤੁਹਾਨੂੰ ਪਤਾ ਹੈ ਵੀ ਤੁਹਾਡੀ ਅਲਟੀਮੇਟ ਟਾਰਗੇਟ ਕੀ ਹੈ, ਤੁਸੀਂ ਆਪ ਨੂੰ, ਆਪਦੇ ਲੋਕਾਂ ਨੂੰ ਤੇ ਆਪਦੀ ਸਟੇਟ ਨੂੰ ਲੈ ਕੇ ਕਿੱਥੇ ਜਾਣਾ ਪੈਂਦਾ, ਤੇ ਚਾਹੇ ਤੁਸੀਂ ਉਧਰੋਂ ਤੇ ਚਾਹੇ ਤੁਸੀਂ ਇੱਧਰੋਂ, ਉਹ ਲੰਬਾ ਚੌੜਾ ਫਰਕ ਹੈ ਜਿਹੜਾ ਉਹ ਪੈਂਦਾ ਨਹੀਂ ਹੈਗਾ। ਹਾਂ, ਇਹ ਠੀਕ ਹੈ ਕਿ ਉਦੋਂ ਮੇਰੇ ਫਾਦਰ ਸਾਹਿਬ ਹੋਣਾ ਦੇ ਵੇਲੇ ਉਦੋਂ ਜਿਹੜਾ ਪੋਲੀਟਿਕਸ ਦਾ ਮਾਹੌਲ ਸੀਗਾ ਉਹ ਥੋੜਾ ਜਿਹਾ ਹੁਣ ਨਾਲੋਂ ਬੈਟਰ ਸੀਗਾ। ਉਦੋਂ ਬੈਟਰ ਸੀਗਾ, ਹੁਣ ਬਿਟਰ ਹੋ ਗਿਆ। ਇਹ ਇੱਕ ਨਿਗਾਰ ਹੈ ਜਿਹੜਾ ਉਹ ਰਾਜਨੀਤੀ ਦੇ ਵਿੱਚ ਆਇਆ। ਸੋ ਮੈਂ ਸਮਝਦਾ ਕਿ ਪੁਆਇੰਟ ਆਫ ਆਰਡਰ ਜਿਹੜਾ ਹੈ ਜੀ, ਪੁਆਇੰਟ ਆਫ ਆਰਡਰ ਜਿਹੜਾ ਤੁਸੀਂ ਕਹਿੰਦੇ ਹੋ ਵੀ ਬਿਲਕੁਲ ਲੈਣਾ ਚਾਹੀਦਾ, ਮੰਗਣਾ ਚਾਹੀਦਾ, ਪਰ ਹੋਵੇ ਪੰਜਾਬ ਦੇ ਲੋਕਾਂ ਦੇ ਮੁੱਦੇ ਦੀ ਗੱਲ ਦੇ ਉੱਪਰ ਸਿਰਫ ਔਰ ਤੁਸੀਂ ਵਿਰੋਧ ਦਰਜ ਕਰਨ ਦੇ ਲਈ, ਸਿਰਫ ਔਰ ਤੁਸੀਂ ਮੀਡੀਆ 'ਚ ਆਪਦੀ ਹਾਜ਼ਰੀ ਲਵਾਉਣ ਦੇ ਲਈ ਤੁਸੀਂ ਬਿਨਾਂ ਗੱਲ ਤੋਂ ਕਈਆਂ ਨੂੰ ਖਹਿਰਾ ਸਾਹਿਬ ਨੂੰ ਛੇੜਦੇ ਸੀਗੇ ਕਿ ਇਹਨਾਂ ਦਾ ਦਰਦ ਹੈ ਵੀ ਉਧਰ ਦੇ ਉਧਰ ਹੀ ਰਹਿ ਗਏ, ਉਦੋਂ ਤੁਹਾਡੇ ਫੇਸ ਤੇ ਇੱਕ ਵੱਖਰੀ ਸਮਾਈਲ ਸੀ। ਇਹ ਖਹਿਰਾ ਸਾਹਿਬ ਨਾਲ ਕੀ ਕੋਈ ਖਾਸ ਆਮ ਆਦਮੀ ਪਾਰਟੀ ਦਾ ਕੋਈ ਨਹੀਂ, ਇਹੋ ਜਿਹੀ ਕੋਈ ਗੱਲ ਨਹੀਂ ਜੀ। ਖਹਿਰਾ ਸਾਹਿਬ ਮੇਰੇ ਸਤਿਕਾਰਯੋਗ ਨੇ, ਮੇਰੇ ਵੱਡੇ ਭਰਾ ਨੇ, ਮੈਂ ਉਹਨਾਂ ਦਾ ਸਤਿਕਾਰ ਕਰਦਾ, ਪਰ ਉਹ 'ਚ ਦੇਖੋ ਮੇਰੀ ਉਹਨਾਂ ਨੂੰ ਵੀ ਜਦੋਂ ਅਸੀਂ ਇਕੱਠੇ ਸੀਗੇ, ਉਹਨਾਂ ਨੂੰ ਵੀ ਮੈਂ ਜਦੋਂ ਸਾਡੇ ਲੀਡਰ ਆਫ ਆਪੋਜੀਸ਼ਨ ਸੀਗੇ, ਮੈਂ ਉਹਨਾਂ ਨੂੰ ਵੀ 2-3 ਵਾਰੀ ਜਾ ਕੇ ਕਿਹਾ, ਮੈਂ ਕਿਹਾ ਖਹਿਰਾ ਸਾਹਿਬ ਮੇਰੀ ਤੁਸੀਂ ਵੱਡੇ ਭਰਾ ਹੋ, ਮੇਰੀ ਤੁਹਾਨੂੰ ਬੇਨਤੀ ਹੈ ਵੀ 2-3 ਚੀਜ਼ਾਂ ਨੇ ਜਿਹੜੀਆਂ ਉਹ ਨੰਬਰ 1 ਤਾਂ ਟੀਮ ਪਲੇਅਰ ਬਣ ਜਾਓ, ਤੇ ਨੰਬਰ 2 ਤੁਸੀਂ ਸਾਡੇ ਸਾਰਿਆਂ ਨਾਲੋਂ ਸੀਨੀਅਰ ਹੋ, ਅਸੀਂ ਫਸਟ ਟਾਈਮਰ ਆ, ਤੁਸੀਂ ਸੈਕਿੰਡ ਟਾਈਮਰ ਹੋ, ਤੇ ਟੀਮ ਪਲੇਅਰ ਬਣ ਜਾਓ। ਆਪਦੀ ਲੀਡਰਸ਼ਿਪ ਤੇ ਪਾਰਟੀ ਪ੍ਰਤੀ ਆਪਾਂ ਜਿਹੜੀ ਵਫਾਦਾਰੀ ਹੈ ਜਿਹੜੀ ਉਹ ਆਪਾਂ ਨਿਭਾਉਣੀ ਸ਼ੁਰੂ ਕਰ ਦਈਏ, ਕਿਉਂਕਿ ਰਾਜਨੀਤੀ 'ਚ ਮੈਂ ਕਦੇ ਇਕੱਲੇ ਕਿਸੇ ਨੂੰ ਵੱਡੇ ਨਹੀਂ ਹੁੰਦਾ ਦੇਖਿਆ ਹੈਗਾ। ਪਹਿਲਾ ਜਿਹੜਾ ਇੰਟਰਸਟ ਉਹ ਸਟੇਟ ਦਾ ਵਾਚ ਕਰੋ, ਦੂਜਾ ਪਾਰਟੀ ਦਾ ਕਰੋ, ਤੀਜਾ ਭਾਵ ਦਾ ਵਾਚ ਕਰੀਏ। ਆਹ 3 ਚੀਜ਼ਾਂ ਮੈਂ ਕਿਹਾ ਮੇਰੀਆਂ ਮੰਨ ਲਓ, ਆਪਾਂ ਬਹੁਤ ਲੰਬਾ ਜਿਹੜਾ ਆਪਾਂ ਇਕੱਠੇ ਹੈ ਜਿਹੜਾ ਚੱਲ ਪਾਂਗੇ ਤੇ ਪੰਜਾਬ ਨੂੰ ਅੱਗੇ ਲੈ ਕੇ
ਆਪਾਂ ਇਕੱਠੇ ਰਲ ਮਿਲ ਕੇ ਚੱਲਾਂਗੇ। ਉਹ ਨਹੀਂ, ਉਹਨਾਂ ਨੇ ਚਲੋ ਵੱਡੇ ਭਰਾ ਨੇ ਨਹੀਂ ਬੇਨਤੀ ਮੰਨੀ ਹੈਗੀ, ਸੋ ਉਧਰ ਦੇ ਉਧਰ ਰਹਿ ਗਏ। ਇਸ ਕਰਕੇ ਤਾਂ ਹੀ ਤੁਸੀਂ ਉੱਥੇ ਨਹੀਂ ਚਲੋ ਉਹ ਦੇਖੋ ਨਹੀਂ ਦੇਖੋ ਚਲੋ ਐ ਹੁੰਦਾ ਜੀ ਕਈ ਵਾਰੀ ਨਾ ਇਹ ਜੀ ਜਿਹੜੀ ਪਿਆਰ ਵਾਲੀ ਨੋਕ ਝੋਕ ਹੈ ਨਾ ਜੀ, ਇਹ ਹੋ ਜਾਂਦੀ ਹੁੰਦੀ, ਚੱਲਦੀ ਰਹਿਣੀ ਚਾਹੀਦੀ ਜੀ, ਪਰ ਹੋਵੇ ਕਹਿੰਦੇ ਪੋਲਿਟਿਕਸ ਚ ਵੀ ਰਹਿਣਾ ਚਾਹੀਦਾ ਹੋਵੇ, ਦੇਖੋ ਉਹ ਕੰਸਟਰਕਟਿਵ ਹੋਵੇ। ਪੰਜਾਬ ਦੇ ਲੋਕ ਸਿਰਫ ਮੈਂ ਵਿਰੋਧ ਕਰਨ ਵਾਸਤੇ ਵਿਰੋਧ ਕਰੀ ਜਾਵਾਂ, ਉਹਦੀ ਕੋਈ ਸੈਂਸ ਨਹੀਂ ਬਣਦੀ ਹੈਗੀ। ਸੋ ਇਸ ਕਰਕੇ ਇਹ ਚੱਲਦਾ ਰਹਿੰਦਾ ਹੁੰਦਾ ਜੀ। ਇਹ ਤਾਂ ਜਿਹੜੇ ਮਾੜੇ ਮੋਟੇ ਨੋਕ ਝੋਂਕ ਹੈ, ਇਹ ਭਾਂਡੇ ਖੜਕਦੇ ਤਾਂ ਮੀਆਂ ਬੀਵੀ ਚ ਵੀ ਰਹਿੰਦੇ ਨੇ, ਭਾਈਆਂ ਚ ਵੀ ਰਹਿੰਦੇ ਨੇ, ਚੱਲਦਾ ਰਹਿੰਦੇ। ਅਸੀਂ ਐਕਸਾਈਜ਼ ਪਾਲਿਸੀ ਦਾ ਜ਼ਿਕਰ ਕਰ ਰਹੇ ਸੀਗੇ ਹੁਣ, ਕਿਉਂਕਿ ਉਹਦੇ ਤੇ ਸਵਾਲ ਬੜੇ ਉੱਠੇ, ਅਫਸਰਾਂ ਤੱਕ ਨੂੰ ਬੁਲਾ ਕੇ ਉਹਨਾਂ ਤੋਂ ਪੁੱਛਗਿੱਛ ਹੋਈ ਹੈ ਪੰਜਾਬ ਦੀ। ਤੁਸੀਂ ਭਾਵੇਂ ਕਹਿ ਰਹੇ ਹੋ ਕਿ ਅਸੀਂ ਰੈਵਨਿਊ ਕਲੈਕਸ਼ਨ ਵੱਧ ਕੀਤਾ ਜਾਂ ਸ਼ਰਾਬ ਸਸਤੀ ਕਰਤੀ, ਪਰ ਉਹਦੇ ਤੇ ਜਿਹੜੀ ਹੈ ਕੰਟਰੋਵਰਸੀ ਕ੍ਰੀਏਟ ਹੋ ਰਹੀ ਹੈ ਦਿੱਲੀ ਦੀ ਪਾਲਿਸੀ ਨੂੰ ਲੈ ਕੇ, ਔਰ ਮਨੀਸ਼ ਸਿਸੋਦੀਆ ਹੋਰਾਂ ਨੂੰ ਬੁਲਾ ਲਿਆ ਸੀਬੀਆਈ ਨੇ ਕੱਲ। ਦੇਖੋ ਇਸ ਤਰ੍ਹਾਂ ਬਰਾੜ ਸਾਹਿਬ ਕਿ ਨੰਬਰ 1 ਤਾਂ ਬੁਲਾਉਣਾ ਸਿਸੋਦੀਆ ਸਾਹਿਬ ਹੋਣਾ ਨੂੰ, ਉਹਨਾਂ ਤੇ ਪਰਚੇ ਦਰਜ ਕਰਨੇ, ਉਹਨਾਂ ਨੂੰ ਅੰਦਰ ਕਰਨਾ, ਉਹਨਾਂ ਤੇ ਤਸ਼ੱਦਦ ਕਰਨਾ, ਇਹ ਗੱਲ ਹੈਗੀ ਸੈਪਰੇਟ। ਆਪਾਂ ਐਕਸਾਈਜ਼ ਪਾਲਿਸੀ ਦੀ ਗੱਲ ਕਰੀਏ, ਇਹ ਤਾਂ ਉਹ ਕਰਨਗੇ ਬੀਜੇਪੀ ਵਾਲੇ, ਕਿਉਂਕਿ ਉਹਨਾਂ ਨੂੰ ਦਿਖਦਾ ਵੀ ਅੱਜ ਉਹਨਾਂ ਦੀਆਂ ਅੱਖਾਂ ਦੇ ਵਿੱਚ ਅੱਖਾਂ ਪਾ ਕੇ ਉਹਨਾਂ ਨਾਲ ਕੋਈ ਦੋ ਹੱਥ ਕਰ ਰਿਹਾ ਹੈ, ਤਾਂ ਉਹ ਅਰਵਿੰਦ ਕੇਜਰੀਵਾਲ ਜੀ ਦੀ ਇਮਾਨਦਾਰ ਪੋਲਿਟਿਕਸ ਕਰ ਰਹੀ ਹੈ। ਤੇ ਅੱਜ ਸਾਰੇ ਦੇਸ਼ ਹੈ ਜਿਹੜਾ ਉਹ ਉਹਨਾਂ ਦੀ ਅਰਵਿੰਦ ਜੀ ਦੀ ਪਾਲਿਸੀਜ਼ ਨੂੰ, ਉਹਨਾਂ ਦੀ ਗਵਰਨੈਂਸ ਨੂੰ ਦੀ ਗਵਾਹੀ ਭਰ ਰਿਹਾ ਹੈ, ਉਹਨਾਂ ਦੇ ਨਾਲ ਖੜਾ ਹੈ। ਹੁਣ ਅੱਜ ਆਪਾਂ ਐਕਸਾਈਜ਼ ਪਾਲਿਸੀ ਦੇ ਉੱਪਰ ਦਿੱਲੀ ਦੇ ਵਿੱਚ ਤਾਂ ਐਲ ਜੀ ਨੇ ਪਾਸ ਨਹੀਂ ਕੀਤਾ, ਉਹ ਲਾਗੂ ਨਹੀਂ ਹੋਈ ਹੈਗੀ ਜੀ। ਜੇ ਆਪਾਂ ਪੰਜਾਬ ਦੀ ਗੱਲ ਕਰ ਲਈਏ, ਮੈਂ ਤੁਹਾਨੂੰ ਗਰੰਟੀ ਨਾਲ ਕਹਿਣਾ ਅੱਜ 7 ਮਹੀਨੇ ਨਿਕਲ ਗਏ, 5 ਹੀ ਰਹਿ ਗਏ ਜੀ। ਅਸੀਂ ਰੈਵਨਿਊ ਹੈ ਜਿਹੜਾ ਉਹ ਜਿਹੜਾ ਪਿਛਲੀਆਂ ਸਰਕਾਰਾਂ 100, 150, 200, 300 ਕਰੋੜ ਵਧਾਉਂਦੀਆਂ ਸੀਗੀਆਂ, ਅਸੀਂ ਪਹਿਲੇ ਸਾਲ ਦੇ ਵਿੱਚ ਅਸੀਂ 3000 ਕਰੋੜ ਤੋਂ ਉੱਪਰ ਅਸੀਂ ਵਧਾਵਾਂਗੇ ਉਸੇ ਪਾਲਿਸੀ ਦੇ ਨਾਲ। ਫਿਰ ਪਾਲਿਸੀ ਚੰਗੀ ਹੋਈ ਕਿ ਮਾੜੀ ਹੋਈ? ਜੇ ਇਹੀ ਪਾਲਿਸੀ ਸਪੋਜ਼ ਉੱਥੇ ਵੀ ਲਾਗੂ ਹੋਈ ਹੁੰਦੀ, ਉੱਥੇ ਵੀ 2-3000 ਕਰੋੜ ਵੱਧ ਜਾਂਦਾ, ਪਰ ਉੱਥੇ ਨਹੀਂ ਹੋਣ ਦਿੱਤਾ। ਇਲਜ਼ਾਮ ਹੀ ਲੱਗਦੇ ਨੇ ਵੀ ਤੁਸੀਂ ਮੋਨੋਪੋਲੀ ਕਰਤੀ। ਮਤਲਬ ਮੈਂ ਕਹਿੰਦਾ ਜੀ ਕਿਵੇਂ ਮੋਨੋਪੋਲੀ ਕਰਤੀ, ਮੈਨੂੰ ਸਮਝਾ ਤਾਂ ਦਿਓ। ਜੇ ਮੋਨੋਪੋਲੀ ਹੁੰਦੀ ਹੋਵੇ ਤੇ ਰੈਵਨਿਊ ਘਟਣਾ ਚਾਹੀਦਾ ਕਿ ਵਧਣਾ ਚਾਹੀਦਾ ਹੈ? ਮੋਟੀ ਜੀ ਗੱਲ ਹੈ, ਜੇ ਮੋਨੋਪੋਲੀ ਹੋਊਗੀ ਤਾਂ ਰੈਵਨਿਊ ਘਟੂਗਾ, ਵਧੂਗਾ ਥੋੜ੍ਹਾ। ਜੋ ਮੈਂ ਕਹਿ ਰਿਹਾ ਵੀ 3350 ਕਰੋੜ ਰੁਪਇਆ ਇਕੱਲੇ ਸ਼ਰਾਬ ਦੇ ਵਿੱਚੋਂ ਵਧਣ ਜਾ ਰਿਹਾ ਹੈ, ਤੇ ਦੈਟ ਮੀਨਸ ਦਾਅਵੇ 20,000 ਕਰੋੜ ਦੇ ਕੀਤੇ ਗਏ ਸੀ। ਅੱਜ ਵੀ ਸਵਾਲ ਪੁੱਛਦੇ ਨੇ ਤੁਹਾਡੇ ਵਿਰੋਧੀ ਵੀ ਰੇਤੇ ਵਾਲਾ 20,000 ਕਿੱਧਰ ਗਿਆ ਤੇ ਸ਼ਰਾਬ ਵਾਲਾ 20,000 ਕਰੋੜ ਕਿੱਥੇ ਗਿਆ। ਔਨ ਦਾ ਟਾਈਮ ਉਹਤੇ ਵੀ ਲੈ ਜਾਾਂਗੇ, ਦੇਖਦੇ ਚੱਲੋਗੇ ਨਾ। ਜੇ ਪਹਿਲੇ ਸਾਲ ਮੈਨੂੰ ਚਲੋ ਆਪਾਂ ਇੱਕ ਸਿੰਪਲ ਕੈਲਕੂਲੇਸ਼ਨ ਕਰ ਲਓ, ਜੇ ਪਹਿਲੇ ਸਾਲ 3350 ਕਰੋੜ ਤੇ ਵਧਾ ਸਕਦੇ ਆ ਤੇ ਅਗਲੇ ਸਾਲਾਂ 'ਚ ਕਿਉਂ ਨਹੀਂ ਵਧੂਗਾ ਜੀ? ਉੱਥੇ ਹੀ ਵਧੂਗਾ। ਤੇ ਹੁਣ ਅੱਜ ਮਾਈਨਿੰਗ ਤੇ ਤੁਸੀਂ ਮਾਈਨਿੰਗ, ਹੁਣ ਸ਼ਰਾਬ ਦਾ ਇਹ ਹੈ ਦੀ ਟਰਾਲੀ ਆਈ ਨਹੀਂ ਸੁਣ ਤਾਂ ਲਓ। ਮਾਈਨਿੰਗ ਸ਼ਰਾਬ ਦਾ ਇਹ ਹੈ ਵੀ ਸ਼ਰਾਬ ਦੀ ਪਾਲਿਸੀ ਹੈ ਜਿਹੜੀ ਠੇਕਾ ਜਿਹੜਾ ਉਹ 1 ਅਪ੍ਰੈਲ ਤੋਂ 31 ਮਾਰਚ ਤੱਕ ਹੁੰਦਾ ਹੈ। 16 ਮਾਰਚ ਨੂੰ ਸਾਡੀ ਸਰਕਾਰ ਨੇ ਸਹੁੰ ਚੱਕੀ, 3 ਮਹੀਨਿਆਂ ਦੇ ਗੈਪ ਪਾ ਕੇ ਅਸੀਂ ਆਪਦੀ ਪਾਲਿਸੀ ਜਿਹੜੀ ਇੰਪਲੀਮੈਂਟ ਕਰ ਲਈ, ਤੇ ਉਹਦਾ ਰੈਵਨਿਊ ਦਾ ਜਿਹੜਾ ਐਡਵਾਂਟੇਜ ਹੈ ਉਹ ਅੱਜ ਦੇਖਣਾ ਸ਼ੁਰੂ ਹੋ ਗਿਆ ਵੀ 3350 ਕਰੋੜ ਰੁਪਏ ਵਧਾਵਾਂਗੇ ਹਰ ਹਾਲਤ 'ਚ। ਮਾਈਨਿੰਗ ਦੇ ਜਿਹੜੇ ਠੇਕੇ ਨੇ ਉਹ ਡੇਟ ਬਾਉਂਡ ਨਹੀਂ ਹੈਗੇ, ਉਹ ਆਪਣਾ ਸਾਲ ਦੇ ਮਿਡ ਆਫ ਦਾ ਈਅਰ ਚੱਲਦੇ ਨੇ। ਉਹ ਜਿਹੜੇ ਠੇਕੇ ਪਿਛਲੇ ਚੱਲ ਰਹੇ ਨੇ, ਜਿਵੇਂ ਜਿਵੇਂ ਉਹ ਖਤਮ ਹੋ ਜਾਣਗੇ, ਗਵਰਨਮੈਂਟ ਨੇ ਪਾਲਿਸੀ ਜਿਹੜੀ ਅਸੀਂ ਕੈਬਨਿਟ ਨੇ ਅਸੀਂ ਉਸ ਦਿਨ ਮਾਈਨਿੰਗ ਪਾਲਿਸੀ ਵੀ ਤੇ ਕ੍ਰੈਸ਼ਰ ਪਾਲਿਸੀ ਵੀ ਸੁਣ ਤਾਂ ਲਓ। ਹੁਣ ਹੋਇਆ ਕੀ ਸੀਗਾ ਪਿਛਲੇ, ਇਹ ਆਫਟਰ ਇਫੈਕਟਸ ਨੇ ਪਿਛਲੇ ਸਾਲਾਂ ਦੇ। ਪਿਛਲੇ ਸਾਲਾਂ ਦੇ ਵਿੱਚ ਪਾਲਿਸੀਆਂ ਜੇ ਠੇਕੇ ਜਿਹੜੀਆਂ ਮਾਈਨਿੰਗਾਂ ਸੀਗੀਆਂ, ਖੱਡਾਂ ਸੀਗੀਆਂ, ਉਹ ਜੇ ਸਪੋਜ਼ 100 ਟਰਾਲੀਆਂ ਚਾਹੀਦੀਆਂ ਨੇ ਪੰਜਾਬ ਨੂੰ, 20 ਲੀਗਲ ਹੁੰਦੀਆਂ ਸੀਗੀਆਂ, 80 ਇਲੀਗਲ ਚੱਲਦੀਆਂ ਸੀਗੀਆਂ। ਹੁਣ ਜੇ ਇਲੀਗਲ ਦੇ ਉੱਪਰ ਸ਼ਿਕੰਜਾ ਕੱਸਦੇ ਆ ਤਾਂ ਰੇਟ ਵੱਧਦੇ ਨੇ। ਬਿਲਕੁਲ। ਜੇ ਡਿਮਾਂਡ ਨੈਚੁਰਲ ਦੁਨੀਆ ਭਰ ਦੇ ਵਿੱਚ ਡਿਮਾਂਡ ਐਂਡ ਸਪਲਾਈ ਦੀ ਪਾਲਿਸੀ ਹੈ ਜਿਹੜੀ ਜੀ, ਮੈਥਡ ਤਾਂ ਉਹੀ ਲੱਗਦਾ ਨਾ। ਜੇ ਨਹੀਂ ਸ਼ਿਕੰਜਾ ਕੱਸਦੇ ਹੈਗੇ, ਫਿਰ ਤੁਸੀਂ ਮੀਡੀਆ ਵਾਲੇ ਸਾਥੀ ਕਹਿੰਦੇ ਹੋ ਵੀ ਦੇਖੋ ਇਲੀਗਲ ਮਾਈਨਿੰਗ ਅੱਜ ਵੀ ਉਵੇਂ ਚੱਲ ਰਹੀ ਹੈ, ਕੀ ਕਰੀਏ ਦੱਸੋ? ਸੋ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਕੋਈ ਤਰੀਕਾ ਕੱਢਣਾ ਪਊਗਾ ਕਿ ਲੋਕਾਂ ਨੂੰ ਸਸਤੀ ਮਿਲੇ। ਤਰੀਕਾ ਬੜੇ ਭਾਈ ਤਰੀਕਾ ਨਿਕਲਿਆ ਆ। ਪਾਲਿਸੀ ਹੈ ਜਿਹੜੀ ਉਹ ਮਾਈਨਿੰਗ ਦੀ, ਕਿਉਂਕਿ ਜ਼ਿਮੀਂਦਾਰ ਇਹ ਵੀ ਸ਼ਿਕਾਇਤ ਕਰਦੇ ਆ ਵੀ ਸਾਨੂੰ ਆਪਦੀ, ਅਸੀਂ ਇੱਕ ਬੰਦੇ ਨੇ ਸਾਨੂੰ ਇੱਕ ਗੱਲ ਕਹੀ, ਉਹ ਕਹਿੰਦੇ ਵੀ ਪਿੰਡਾਂ ਦੇ ਵਿੱਚ ਜਿਵੇਂ ਆਪਣੇ ਵਾਹਣ ਹੁੰਦੇ, ਇੱਕ ਵਾਹਣ ਨੀਵਾਂ ਇੱਕ ਵਾਹਣ ਉੱਚਾ ਹੈ, ਤੇ ਉਹ ਵੱਡੇ ਵਾਹਣ ਚੋਂ ਜਿਹੜਾ ਉੱਚਾ ਸੀ ਉਹਦੇ ਚੋਂ ਕੱਢ ਕੇ ਮਿੱਟੀ ਤੇ ਦੂਜੇ 'ਚ ਪਾ ਰਹੇ ਸੀ, ਤੇ ਉਹਨਾਂ ਤੇ ਪੁਲਿਸ ਨੇ ਪਰਚਾ ਕਰਤਾ। ਕਿਤੇ ਵਿਚਾਰਾ ਖੋਤੀ ਰੇੜੀ ਤੇ ਲੈ ਕੇ ਜਾ ਰਿਹਾ, ਉਹਦੇ ਤੇ ਪਰਚਾ ਹੋ ਗਿਆ। ਸੁਣੋ, ਉਹਦੇ 'ਚ ਅਸੀਂ ਕਿਹੜਾ ਕੋਈ ਉਹਦੇ ਚਾਰਜਿਸ ਲਾਏ ਨੇ ਜੀ? ਅਸੀਂ ਤਾਂ ਸਿਰਫ ਇਹ ਕਹੇ ਵੀ ਜੇ ਤੁਸੀਂ ਕਿਤੇ ਜ਼ਮੀਨ ਪੱਧਰ ਕਰਨੀ ਹੈ, ਉੱਚਾ ਨੀਵਾਂ ਕੋਈ ਵਾਹਨ ਹੈਗਾ, ਉਹਨੂੰ ਅਸੀਂ ਕਰਨਾ ਤਾਂ ਸਿਰਫ ਗਵਰਨਮੈਂਟ ਨੂੰ ਇੰਟੀਮੇਟ ਕਰ ਦਿਓ। ਇਹ 'ਚ ਗਲਤ ਕੀ ਹੈ? ਜੇ ਅਸੀਂ ਪਹਿਲਾਂ ਕੁਝ ਪਤਾ ਹੀ ਨਹੀਂ ਲੱਗਦਾ ਸੀਗਾ ਤੇ
3 ਫੁੱਟ ਦੇ ਨਾਂ ਤੇ ਜਾਂ 2 ਫੁੱਟ ਦੇ ਨਾਂ ਦੇ ਉੱਪਰ 70 ਫੁੱਟ 100 ਫੁੱਟ ਦੇ ਖੱਡੇ ਪਾਏ ਨੇ। ਜਾ ਕੇ ਦੇਖ ਲਓ ਆਪਣਾ ਉਧਰ ਤੁਹਾਡੇ ਮਲੋਟ ਬੋਰ ਫਾਜ਼ਿਲਕਾ ਵਾਲੇ ਇਲਾਕੇ 'ਚ ਹਾਈ ਕੋਰਟ ਦੇ ਵਿੱਚ ਜਿਹੜੀ ਚੀਜ਼ ਦਾ ਨੋਟਿਸ ਲਿਆ ਗਿਆ ਵੀ ਬਾਰਡਰ ਏਰੀਆ ਤੇ। ਬਰਾੜ ਸਾਹਿਬ ਮੇਰੇ ਕਹਿਣ ਦਾ ਮਤਲਬ ਇਹ ਹੈ ਵੀ ਜੇ ਤੁਸੀਂ ਇੱਕ ਕੰਮ ਕਰਨਾ ਤੇ ਸਹੀ ਕਰਨਾ ਹੈ, ਹੁਣ ਗਵਰਨਮੈਂਟ ਨੂੰ ਇੰਟੀਮੇਟ ਕਰਨ 'ਚ ਕੀ ਹਰਜ ਹੈ ਤੁਹਾਨੂੰ? ਉਹਦੇ ਉੱਪਰ ਅਸੀਂ ਕੋਈ ਚਾਰजेस ਨਹੀਂ ਲਾਏ, ਕੁਝ ਨਹੀਂ ਲਾਇਆ ਹੈਗਾ, ਸਿਰਫ ਇੰਟੀਮੇਸ਼ਨ ਗਵਰਨਮੈਂਟ ਨੂੰ ਹੋਣੀ ਚਾਹੀਦੀ ਹੈ। ਜੇ ਇੰਟੀਮੇਸ਼ਨ ਵੀ ਨਹੀਂ ਹੋਊਗੀ ਫਿਰ ਤਾਂ ਇਹਨੂੰ ਬੋਲਾ ਜਿਵੇਂ ਪਹਿਲਾਂ ਘੜੀਸੀ ਫਿਰਦਾ ਉਵੇਂ ਘੜੀਸੀ ਫਿਰੂਗਾ। ਸੋ ਹੁਣ ਅਗਲੇ ਦਿਨਾਂ ਦੇ ਵਿੱਚ ਕੀ ਹੁਣ ਸਰਕਾਰ ਦਾ, ਜੇ ਮੈਂ ਪੁੱਛਾਂ ਵੀ ਮੇਜਰ, ਜੇ ਤੁਸੀਂ ਅੱਜ ਬੈਠ ਕੇ ਡਿਸਕਸ ਕਰ ਰਹੇ ਹੋ ਵੀ ਅਸੀਂ 7 ਮਹੀਨੇ ਕੰਪਲੀਟ ਹੋ ਗਏ ਸਾਡੇ ਔਰ 7 ਮਹੀਨਿਆਂ ਬਾਅਦ ਅਸੀਂ ਇੱਥੇ ਖੜੇ ਆਂ, ਤੇ ਕੀ ਟਾਰਗੇਟ ਕੀ ਹੈ ਹੁਣ, ਕਿਸ ਤਰੀਕੇ ਨਾਲ ਤੁਸੀਂ ਜਿਹੜਾ ਹੈ ਅੱਗੇ ਚੀਜ਼ਾਂ ਨੂੰ ਲੈ ਕੇ ਜਾਣਾ? ਟਾਰਗੇਟ ਹਰੇਕ ਡਿਪਾਰਟਮੈਂਟ ਦੇ ਜੇ ਮੈਂ ਤੁਹਾਡੇ ਮਹਿਕਮੇ ਦਾ ਹੀ ਪੁੱਛ ਲਾਂ, ਤੁਸੀਂ ਬਾਕੀ ਛੱਡੋ, ਤੁਹਾਡੇ ਮਹਿਕਮੇ ਦਾ ਦੱਸੋ। ਦੇਖੋ ਇਸ ਤਰ੍ਹਾਂ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਚਾਹੇ ਮੇਰੇ ਕੋਲ 3 ਡਿਪਾਰਟਮੈਂਟ ਨੇ, ਇੱਕ ਤਾਂ ਤੁਹਾਡਾ ਹੀ ਹੈ, ਉਹ ਤਾਂ ਮੇਰੇ ਨਾਲ ਬਾਅਦ ਤੁਹਾਨੂੰ ਪਤਾ ਹੋਊਗਾ ਜ਼ਿਆਦਾ, ਬਿਲਕੁਲ। ਦੂਜੇ ਜਿਹੜੇ 2 ਮਹਿਕਮੇ ਹੈਗੇ ਹਾਊਸਿੰਗ ਐਂਡ ਅਰਬਨ ਡਿਵੈਲਪਮੈਂਟ, ਆਉਣ ਵਾਲੇ ਦਿਨਾਂ ਦੇ ਵਿੱਚ ਉਹਦੇ ਵਿੱਚ ਤੁਸੀਂ ਰੈਵੋਲਿਊਸ਼ਨਰੀ ਕ੍ਰਾਂਤੀਕਾਰੀ ਡਿਸੀਜਨ ਨੇ ਜਿਹੜੇ ਉਹ ਹੁੰਦੇ ਦੇਖੋਗੇ, ਜਿਹਦੇ ਨਾਲ ਲੋਕਾਂ ਦੇ ਵਿੱਚ ਅਰਬਨ ਡਿਵੈਲਪਮੈਂਟ ਜਿਹੜੇ ਕਿ ਅੱਜ ਤੱਕ ਸਿਰਫ ਔਰ ਸਿਰਫ ਵੱਡੇ ਸ਼ਹਿਰਾਂ ਦੇ ਵਿੱਚ, ਸਪੋਜ਼ ਗਮਾਡਾ ਹੈ ਉਹ ਕੱਲਾ ਮੁਹਾਲੀ ਨੂੰ ਸੀਮਿਤ ਰਹਿ ਗਿਆ, ਗਲਾਡਾ ਹੈ ਲੁਧਿਆਣੇ ਨੂੰ ਸੀਮਿਤ ਰਹਿ ਗਿਆ, ਜਿਹੜੇ ਸੈਕੰਡ ਕਲਾਸ ਥਰਡ ਕਲਾਸ ਸਿਟੀਜ਼ ਨੇ, ਟਾਇਰ 2 ਟਾਇਰ 3 ਸਿਟੀਜ਼ ਨੇ, ਉਹਨਾਂ ਦੇ ਵਿੱਚ ਡਿਵੈਲਪਮੈਂਟ ਦੇਖੋਗੇ। ਪਾਲਿਸੀ ਅਸੀਂ ਹਫ਼ਤੇ ਦੇ ਵਿੱਚ ਹੀ ਤੁਹਾਨੂੰ ਖੁਸ਼ਖਬਰੀ ਇਹੋ ਜਿਹੀ ਸੁਣਾਵਾਂਗੇ ਕਿ ਇੱਕ ਕ੍ਰਾਂਤੀਕਾਰੀ ਫੈਸਲਾ ਜਿਹੜਾ ਉਹ ਅਸੀਂ ਕਰਨ ਜਾ ਰਹੇ ਹਾਂ। ਉਹਦੇ ਨਾਲ ਇਹ ਸਾਰਾ ਸਿਸਟਮ ਹੈ ਜਿਹੜਾ ਉਹ ਕੰਮ ਸੁਖਾਲਾ ਹੋ ਜਾਊਗਾ। ਇਸੇ ਤਰੀਕੇ ਦੇ ਨਾਲ ਰੀਨਿਊਏਬਲ ਐਨਰਜੀ ਦੇ ਵਿੱਚ ਜੀ ਅਸੀਂ ਸੋਲਰ ਦੇ ਉੱਪਰ ਔਰ ਜਿਹੜੀ ਵੇਸਟ ਟੂ ਐਗਰੀਕਲਚਰ ਵੇਸਟ ਟੂ ਐਨਰਜੀ ਹੈ ਉਹਦੇ ਉੱਪਰ 18 ਤਰੀਕ ਨੂੰ ਇੱਕ ਵਰਬੀਓ ਦਾ ਏਸ਼ੀਆ ਦਾ ਸਭ ਤੋਂ ਲਾਰਜੈਸਟ ਪਲਾਂਟ ਹੈ ਜਿਹੜਾ ਉਹ ਭਗਵੰਤ ਮਾਨ ਜੀ ਇਨੋਗਰੇਟ ਕਰਨ ਜਾ ਰਹੇ ਨੇ। ਉਹਦੇ ਵਿੱਚ ਮੀਥੇਨ ਦੇ ਨਾਲ ਇੱਕ ਬਾਇਓ ਪ੍ਰੋਡਕਟ ਨਿਕਲਦਾ ਜਿਹੜੀ ਦੇਸੀ ਖਾਦ ਬਣਦੀ ਹੈ। ਉਹਦਾ ਪਿਛਲੀਆਂ ਸਰਕਾਰਾਂ ਨੇ ਧਿਆਨ ਨਹੀਂ ਦਿੱਤਾ ਕਿ ਵੀ ਉਹਦਾ ਖਾਦ ਦਾ ਕਰਾਂਗੇ ਕੀ। ਅਸੀਂ ਜਦੋਂ ਮੈਨੂੰ ਦੱਸਿਆ ਉਹਨਾਂ ਨੇ, ਅਸੀਂ ਟਾਸਕ ਫੋਰਸ ਬਣਾਤੀ ਤੇ ਉਹ ਟਾਸਕ ਫੋਰਸ ਨੇ 3 ਮੀਟਿੰਗਾਂ 'ਚ ਅਸੀਂ ਮਸਲਾ ਜਿਹੜਾ ਹੱਲ ਕਰਤਾ। ਹੁਣ ਉਹ ਜਿਹੜੇ ਬਾਕੀ ਦੇ ਪਲਾਂਟਸ ਨੇ ਉਹਨਾਂ ਤਕਰੀਬਨ ਅਪ੍ਰੈਲ ਤੱਕ 5-6 ਪਲਾਂਟ ਹੋਰ ਹੋ ਜਾਣਗੇ। ਸੋ ਇਹਦਾ ਜਿਹੜੀ ਪਰਾਲੀ ਨੂੰ ਤੋਂ ਐਨਰਜੀ ਕਿਵੇਂ ਬਣਾਉਣੀ ਹੈ ਇਹਦੇ ਉੱਪਰ ਆਉਣ ਵਾਲੇ 3 ਸਾਲਾਂ ਦੇ ਵਿੱਚ ਤੁਸੀਂ ਰੈਵੋਲਿਊਸ਼ਨ ਆਂਦੀ ਦੇਖੋਗੇ। ਬਹੁਤੀਆਂ ਅੱਛਾ, ਐਤਕੀ ਪਰਾਲੀ ਦਾ ਧੂੰਆਂ ਦਿੱਲੀ ਜਾਏਗਾ? ਦੇਖੋ ਇਸ ਤਰ੍ਹਾਂ ਕਿ ਇਹ ਤਾਂ ਇੱਕ ਪਹਿਲਾਂ ਤੇ ਜਾਂਦਾ ਰਿਹਾ, ਜੇ ਪਹਿਲਾਂ ਜਾਂਦਾ ਰਿਹਾ ਤੇ ਫਿਰ ਹੁਣ ਕੀ ਹੋ ਗਿਆ ਜੀ? ਸਰਕਾਰ ਚੇਂਜ ਹੋਈ ਹੈ, ਕੁਦਰਤ ਥੋੜ੍ਹਾ ਚੇਂਜ ਹੋਈ ਹੈ। ਜੇ ਹੁਣ ਇੱਥੇ ਅੱਗ ਲੱਗੂਗੀ, ਮੈਂ ਬਿਆਨਾਂ ਦੀ ਗੱਲ ਕਰਦਾ, ਮੈਂ ਤੁਹਾਨੂੰ ਆਪ ਕਹੀ ਜਾਣਾ, ਮੈਂ ਬਿਆਨਾਂ ਦੀ ਗੱਲ ਕਰਦਾ। ਇਸ ਚੀਜ਼ ਨੂੰ ਲੈ ਕੇ, ਮਤਲਬ ਮੇਰੇ ਬਿਆਨ ਨਹੀਂ, ਪਰ ਇਸ ਚੀਜ਼ ਨੂੰ ਲੈ ਕੇ ਤੁਹਾਡੇ ਤੇ ਸਵਾਲ ਪੁੱਛਣ ਲੱਗੇ ਆ ਕਿ ਤੁਹਾਡੇ ਸਿਆਸੀ ਵਿਰੋਧੀ ਪੁੱਛਦੇ ਆ ਵੀ ਇਹ ਜਾਏਗਾ ਕਿ ਨਹੀਂ। ਬਰਾੜ ਸਾਹਿਬ, ਮੈਂ ਨਾ ਤਾਂ ਕਦੇ ਸਿਆਸੀ ਵਿਰੋਧੀ ਉਹਨਾਂ ਦੇ ਬਿਆਨਾਂ ਦੀ ਪਰਵਾਹ ਕੀਤੀ ਹੈ, ਨਾ ਮੈਂ ਕਦੇ ਬੁੱਕਲ ਦੇ ਵਿੱਚ ਲੱਡੂ ਭੰਨਿਆ। ਮੈਂ ਗੱਲ ਕਰਦਾ ਸਪਸ਼ਟ, ਮੈਂ ਤੁਹਾਨੂੰ ਸਪਸ਼ਟ ਕਹਿਣਾ ਵੀ ਸਰਕਾਰ ਬਦਲੀ ਹੈ, ਕੁਦਰਤ ਦੇ ਨਿਯਮ ਥੋੜੋ ਬਦਲੇ ਨੇ। ਦਿੱਲੀ ਤੋਂ ਉਦੋਂ ਨਹੀਂ ਜਾਊਗਾ ਜਦੋਂ ਦਿੱਲੀ ਦੇ ਵਿੱਚ, ਪੰਜਾਬ ਦੇ ਵਿੱਚ, ਹਰਿਆਣੇ ਦੇ ਵਿੱਚ, ਵੈਸਟਰਨ ਯੂਪੀ ਦੇ ਵਿੱਚ ਜਦੋਂ ਅੱਗਾਂ ਲੱਗਣੀਆਂ ਬੰਦ ਹੋ ਜਾਣਗੀਆਂ ਤੇ ਨਹੀਂ ਜਾਊਗਾ, ਤੇ ਜੇ ਲਾਵਾਂਗੇ ਇੱਥੇ ਤੇ ਜਾਊਗਾ ਹੀ ਜਾਊਗਾ। ਇਹ 'ਚ ਦੋ ਰਾਹ ਕੀ ਹੈ? ਅੱਛਾ, ਮੈਂ ਆਖਰੀ 2-3 ਮਿੰਟ ਨੇ। ਸਾਡੇ ਜਿਹੜਾ ਪਬਲਿਕ ਰਿਲੇਸ਼ਨ ਦਾ ਮਹਿਕਮਾ ਹੈ ਸਾਡੇ ਨਾਲ ਸੰਬੰਧਿਤ, ਵੈਸੇ ਤਾਂ ਤੁਸੀਂ ਜੋ ਤੁਹਾਡੀ ਐਜ਼ ਏ ਪੋਲੀਟੀਸ਼ੀਅਨ ਪਰਸਨੈਲਿਟੀ ਹੈ, ਤੁਹਾਡੇ ਮੀਡੀਆ ਨਾਲ ਸ਼ੁਰੂ ਤੋਂ ਹੀ ਲਿੰਕ ਬੜੇ ਅੱਛੇ ਰਹੇ ਨੇ। ਮਤਲਬ ਮੀਡੀਆ ਦੀ ਕੀ ਐਕਸਪੈਕਟੇਸ਼ਨ ਹੁੰਦੀ ਹੈ ਕਿ ਅਸੀਂ ਤੇ ਇੱਕ ਕੋਈ ਬਾਈਟ ਲੈਣੀ ਹੁੰਦੀ ਹੈ, ਕੋਈ ਰਿਐਕਸ਼ਨ ਲੈਣਾ ਹੁੰਦਾ ਹੈ ਔਰ ਤੁਰੰਤ ਜਿਹੜਾ ਬੰਦਾ ਰਿਸਪੌਂਡ ਕਰੇ ਸਾਡੇ ਲਈ ਉਹ ਬੰਦਾ ਠੀਕ ਹੁੰਦਾ ਹੈ ਕਿ ਕਿਸੇ ਵੀ ਮੁੱਦੇ ਤੇ ਸਾਨੂੰ ਰਿਐਕਸ਼ਨ ਮਿਲ ਜੇ। ਸਾਡੇ ਲਈ ਤੇ ਇੰਨਾ ਕੁ ਹੁੰਦਾ ਥੋੜਾ ਬਹੁਤ ਪਾਲਿਸੀਜ਼। ਤੁਸੀਂ ਕਿਵੇਂ ਹੁਣ ਇਹ ਮਹਿਕਮੇ ਦੀ ਜ਼ਿੰਮੇਵਾਰੀ ਸੰਭਾਲ ਕੇ ਤੁਹਾਨੂੰ ਕੁਝ ਲੱਗਿਆ ਡਿਫਰੈਂਟ ਚੀਜ਼ਾਂ ਕਿ ਇੱਥੇ ਆਹ ਕੁਝ ਕਰਨ ਵਾਲਾ ਹੈ? ਕਿਉਂਕਿ ਕਈ ਸਾਡੇ ਪੱਤਰਕਾਰ ਵੀਰ ਸੁਣ ਰਹੇ ਹੋਣਗੇ, ਦੋਸਤ, ਤਾਂ ਉਹਨਾਂ ਨੂੰ ਹੁੰਦਾ ਕਿ ਚਲੋ ਮਿਨਿਸਟਰ ਬੈਠੇ ਆ ਤਾਂ ਇਸ ਮਹਿਕਮੇ ਨਾਲ ਰਿਲੇਟਡ ਇਹਨੇ ਕੋਈ ਸਵਾਲ ਨਹੀਂ ਕੀਤਾ। ਨਹੀਂ, ਦੇਖੋ ਇਸ ਤਰ੍ਹਾਂ ਕਿ ਮੀਡੀਆ ਜਿਹੜਾ ਜਰਨਲਿਜ਼ਮ ਹੈ ਨਾ ਜੀ, ਉਹ ਡੈਮੋਕ੍ਰੇਸੀ ਦਾ ਚੌਥਾ ਪਿਲਰ ਹੈ ਤੇ ਜਿੰਨੀ ਜ਼ਿੰਮੇਵਾਰੀ ਮੈਂ ਸਮਝਦਾ ਕਿ ਸਾਡੀ ਬਣਦੀ ਹੈ ਦੇਸ਼ ਨੂੰ ਔਰ ਪੰਜਾਬ ਨੂੰ, ਸਮਾਜ ਨੂੰ ਸਹੀ ਪਾਸੇ ਲੈ ਕੇ ਜਾਣ ਦੀ, ਉਨੀ ਜ਼ਿੰਮੇਵਾਰੀ ਤੁਹਾਡੀ ਬਣਦੀ, ਕਿਉਂਕਿ ਸਹੀ ਆਈਨਾ ਸਰਕਾਰ ਦਾ ਜੇ ਕੋਈ ਹੈ ਤਾਂ ਉਹ ਮੀਡੀਆ ਹੀ ਦਿਖਾਉਂਦਾ ਸਾਰਿਆਂ ਨੂੰ। ਸੋ ਇਸ ਕਰਕੇ ਇਹਦੇ 'ਚ ਮੇਰੇ ਕੋਲ ਜੋ ਵੀ ਜਿੰਨੇ ਵੀ ਇਸ਼ੂਜ਼ ਆਏ ਨੇ ਪਿਛਲੇ ਸਮੇਂ ਦੇ ਵਿੱਚ, ਪਰਸੋਂ ਵੀ ਸਾਡਾ ਇੱਕ ਜਰਨਲਿਸਟ ਐਸੋਸੀਏਸ਼ਨ ਦਾ ਫੰਕਸ਼ਨ ਸੀਗਾ, ਉੱਥੇ ਉਹਨਾਂ ਨੇ ਆਪਣੇ 3-4 ਇਸ਼ੂਜ਼ ਨੇ ਜਿਹੜੇ ਉਹ ਐਡਰੈਸ ਕੀਤੇ ਨੇ। ਮੇਰੀ ਤਾਂ ਤੁਹਾਨੂੰ ਖੁੱਲ੍ਹਮ ਖੁੱਲ੍ਹਾ ਤੁਹਾਡੇ ਚੈਨਲ ਦੇ ਉੱਪਰ ਬੈਠ ਕੇ ਤੁਹਾਨੂੰ ਇੰਡੀਵਿਜੂਅਲੀ ਵੀ, ਤੁਹਾਡੇ ਚੈਨਲ ਨੂੰ ਵੀ, ਸਾਰੇ ਪੱਤਰਕਾਰ ਵੀਰਾਂ ਨੂੰ ਮੈਨੂੰ ਬੇਨਤੀ ਇਹੀ ਹੈ ਕਿ ਤੁਹਾਡਾ ਕੋਈ ਮਸਲਾ ਜਿਹਦੇ ਨਾਲ ਆਪਾਂ ਜਰਨਲਿਜ਼ਮ ਨੂੰ ਅਕਾਊਂਟੇਬਲ ਤੇ ਟਰਾਂਸਪੇਰੈਂਟ ਬਣਾ ਸਕੀਏ, ਉਹ ਤੁਸੀਂ ਮੈਨੂੰ ਦੱਸੋ, ਆਪਾਂ ਕਰਾਂਗੇ, ਮਿਲ ਬੈਠ ਕੇ ਕਰਾਂਗੇ ਜੀ।
ਔਰ ਤੁਸੀਂ ਜਿਵੇਂ ਹੁਣ ਕਿਉਂਕਿ ਸੋਸ਼ਲ ਮੀਡੀਆ ਦਾ ਬਹੁਤ ਜ਼ਿਆਦਾ ਦਬਦਬਾ ਹੋ ਗਿਆ, ਫੇਸਬੁੱਕ, WhatsApp, ਸਾਰੇ ਡਿਜੀਟਲ ਪਲੇਟਫਾਰਮ ਤੇ ਖਬਰਾਂ ਆਪਣੇ ਤਰੀਕੇ ਨਾਲ ਆਉਂਦੀਆਂ ਔਰ ਉਸੇ ਤਰੀਕੇ ਨਾਲ ਨੁਕਤਾਚੀਨੀਆਂ ਵੀ ਹੁੰਦੀਆਂ, ਤੁਹਾਡੇ ਨਾਲ ਸਵਾਲ ਜਵਾਬ ਵੀ ਹੁੰਦੇ ਨੇ। ਸੋ ਤੁਸੀਂ ਉਸ ਨੂੰ ਕਿਵੇਂ ਫੀਲ ਕਰਦੇ, ਇੱਕ ਟੀਵੀ ਮੀਡੀਆ, ਇੱਕ ਡਿਜੀਟਲ ਮੀਡੀਆ? ਨਹੀਂ, ਦੇਖੋ ਇਸ ਤਰ੍ਹਾਂ ਕਿ ਜਿਹੜਾ ਟੀਵੀ ਮੀਡੀਆ ਨਾ ਜੀ, ਜਿਹੜਾ ਤੁਹਾਡਾ ਪ੍ਰਿੰਟ ਔਰ ਇਲੈਕਟ੍ਰੋਨਿਕ, ਹਾਂਜੀ, ਦੇਖੋ ਇਹਦੇ ਚ ਜਿਸ ਤਰੀਕੇ ਦਾ ਮਾਹੌਲ ਬਣਦਾ ਜਾਂਦਾ ਨੇ, ਇਹ ਚ ਤੁਹਾਡੇ ਲਈ ਦੋ ਚੈਲੰਜਸ ਨੇ। ਹੁਣ ਜਿਹੜਾ ਮੈਂ ਉਸ ਦਿਨ ਆਪਣੀ ਸਪੀਚ ਦੇ ਵਿੱਚ ਵੀ ਕਿਹਾ ਸੀਗਾ, ਨੰਬਰ 1 ਦਾ ਚੈਲੰਜ ਇਹ ਹੈ ਵੀ ਜਿਹੋ ਜਿਹਾ ਦੇਸ਼ ਦੇ ਵਿੱਚ ਹੀ ਤੁਹਾਡੇ ਮੀਡੀਆ ਦੇ ਉੱਪਰ ਕਬਜ਼ਾ ਕਰਨ ਵਾਲਾ ਜਿਹੜਾ ਟ੍ਰੈਂਡ ਹੈ, ਟੈਂਡੈਂਸੀ ਹੈ ਸੈਂਟਰਲ ਗਵਰਨਮੈਂਟ ਦੀ, ਬੀਜੇਪੀ ਦੀ ਬਣੀ ਪਈ ਹੈ, ਇੱਕ ਤਾਂ ਉਹਦੇ ਕਰਕੇ ਤੁਹਾਡਾ ਕੰਮ ਹੈ ਜਿਹੜਾ ਮੁਸ਼ਕਿਲ ਹੋ ਜਾਂਦਾ ਹੈ, ਨੰਬਰ 1। ਨੰਬਰ 2 ਦੇ ਉੱਪਰ ਅੱਜ ਦੀ ਡੇਟ ਦੇ ਵਿੱਚ ਸੋਸ਼ਲ ਮੀਡੀਆ ਦੇ ਉੱਪਰ ਹਰ ਵਿਅਕਤੀ ਜਿਹਦੇ ਹੱਥ 'ਚ ਮੋਬਾਈਲ ਫੋਨ ਹੈਗਾ, ਉਹ ਆਪ ਹੀ ਐਡੀਟਰ ਇਨ ਚੀਫ ਹੈ, ਉਹ ਆਪ ਹੀ ਐਡੀਟਰ ਹੈ, ਉਹ ਆਪ ਹੀ ਪੱਤਰਕਾਰ ਹੈ, ਉਹ ਆਪ ਹੀ ਉਹਦਾ ਐਂਕਰ ਹੈ ਤੇ ਆਪ ਹੀ ਉਹਦਾ ਰੀਡਰ ਹੈ। ਸੋ ਇਹੋ ਜਿਹੇ ਮਾਹੌਲ ਦੇ ਵਿੱਚ ਤੁਹਾਡਾ ਕੰਮ ਹੋਰ ਵੀ ਔਖਾ ਹੋ ਜਾਂਦਾ ਹੈ, ਜਿੱਥੇ ਕਿ ਤੁਹਾਨੂੰ ਆਪਦੀ ਕ੍ਰੈਡੀਬਿਲਿਟੀ ਨੂੰ ਮੇਨਟੇਨ ਰੱਖਣ ਦੇ ਲਈ ਬੜੀ ਸਾਫ਼ ਸੁਥਰੀ ਔਰ ਬੜੀ ਪਾਕ ਸਾਫ਼ ਪੱਤਰਕਾਰੀ ਜਿਹੜੀ ਉਹ ਕਰਨੀ ਪੈਣੀ ਹੈ। ਸੋ ਇਹ ਤੁਹਾਡੇ ਲਈ ਚੈਲੰਜ ਹੈਗੇ। ਇਹਨਾਂ ਚੈਲੰਜਸ ਦੇ ਵਿੱਚ ਤੁਹਾਨੂੰ ਹੋਰ ਮਜ਼ਬੂਤ ਕਰਨ ਦੇ ਵਿੱਚ, ਤੁਹਾਡਾ ਸਾਥ ਦੇਣ ਦੇ ਵਿੱਚ ਸਰਕਾਰ ਕੋਲੋਂ ਜੋ ਚਾਹੀਦਾ ਹੈ ਤੁਸੀਂ ਦੱਸੋ, ਅਸੀਂ ਵੀ ਆਰ ਆਲਵੇਜ਼ ਰੈਡੀ ਫॉर दैट। ਚਲੋ, ਧੰਨਵਾਦ ਅਮਨ ਜੀ, ਤੁਸੀਂ ਸਮਾਂ ਕੱਢਿਆ, ਕਾਫੀ ਗੱਲਬਾਤ, ਕਿਉਂਕਿ 7 ਮਹੀਨੇ ਹੋਏ ਨੇ ਅੱਜ ਸਰਕਾਰ ਨੂੰ ਪੂਰੇ, ਔਰ ਅਮਨ ਅਰੋੜਾ ਹੋਰਾਂ ਨੂੰ ਇਸੇ ਲਈ ਅਸੀਂ ਬੁਲਾਇਆ ਕਿ ਪੁੱਛ ਸਕੀਏ ਉਹ ਸਵਾਲ, ਉਹ ਇਸ਼ੂਜ਼ ਜਿਨ੍ਹਾਂ ਨੂੰ ਲੈ ਕੇ ਪਬਲਿਕ ਜਾਨਣਾ ਚਾਹੁੰਦੀ ਹੈ ਕਿ ਕਦੋਂ ਸਾਡੇ ਮੁੱਦੇ ਜਿਹੜੇ ਨੇ ਹੱਲ ਹੋਣਗੇ, ਕਿਉਂਕਿ ਟੇਕ ਸਰਕਾਰਾਂ ਤੇ ਹੁੰਦੀ ਹੈ ਕਿ ਜਦੋਂ ਤੁਸੀਂ ਕਿਸੇ ਨੂੰ ਇੱਕ ਵੱਡਾ ਮੈਂਡੇਟ ਦੇ ਕੇ ਸੱਤਾ ਦੇ ਵਿੱਚ ਲੈ ਕੇ ਆਉਣੇ ਹੋ ਤਾਂ ਫਿਰ ਉਮੀਦਾਂ ਵੀ ਓਡੀਆਂ ਵੱਡੀਆਂ ਬਣ ਜਾਂਦੀਆਂ ਤੇ ਚੈਲੰਜਸ ਵੀ ਓਡੇ ਵੱਡੇ ਸਾਹਮਣੇ ਖੜੇ ਹੁੰਦੇ ਆ। ਸੋ ਫਿਲਹਾਲ ਇਹ ਇੰਟਰਵਿਊ ਸਾਨੂੰ ਇੱਥੇ ਹੀ ਖਤਮ ਕਰਨੀ ਹੋਏਗੀ, ਪਰ ਖਬਰਾਂ ਲਗਾਤਾਰ ਨਿਊਜ਼ 18 ਪੰਜਾਬ ਹਰਿਆਣਾ ਤੇ ਜਾਰੀ ਰਹਿਣਗੀਆਂ।